इस दिन का इतिहास की है कि अज के दिन ही क्यों कौमांतरी माँ बोली दिहाड़ा मनाया जाता है? 1999 ਦੇ ਵਿੱਚ ਜਿਹੜਾ ਆ ਇਹਨੂੰ ਰੈਕੋਗਨਾਈਜ਼ ਕੀਤਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਾਰੇ ਲੋਕੀ ਜਿਹੜੇ ਨੇ ਆਪਣੀ ਆਪਣੀ ਮਾਤ ਭਾਸ਼ਾ ਨੂੰ ਰੈਕੋਗਨਾਈਜ਼ ਕਰਨ। 21 ਫਰਵਰੀ ਜਿਹੜਾ ਇਹ ਦਿਨ ਨਿਰਧਾਰਿਤ ਕਰ ਲਿਆ ਕਿ ਇਸ ਦਿਨ ਜਿਹੜਾ ਸਾਰੇ ਦੇਸ਼ ਜਿਹੜੇ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਆ ਮਾਤ ਭਾਸ਼ਾ ਦਿਵਸ ਜਿਹੜਾ ਮਨਾਇਆ ਜਾਂਦਾ। यानी कि बांग्लादेश दुनिया ਦੇ ਵਿੱਚ ਭਾਸ਼ਾ ਦੇ ਤੌਰ ਦੇ ਉੱਤੇ ਬਣਿਆ ਹੋਇਆ ਪਹਿਲਾ ਮੁਲਕ ਹੈ। ਬਿਲਕੁਲ, ਕਿਉਂਕਿ ਜਦੋਂ ਉਹਨਾਂ ਦੀ ਭਾਸ਼ਾ ਨੂੰ ਰੈਕੋਗਨਾਈਜ਼ ਨਹੀਂ ਕੀਤਾ ਤੇ ਉਹ ਲੋਕਾਂ ਨੇ ਬਲੀਦਾਨ ਦਿੱਤੇ, ਉਹ ਲੋਕੀ ਲੜੇ। ਇੱਕ ਛੋਟੇ ਜਿਹੇ ਦੇਸ਼ ਦੇ ਲੋਕੀ ਜੀ ਇੰਨੇ ਵੱਡੇ ਪੱਧਰ ਦਾ ਬਲੀਦਾਨ ਦਿੱਤਾ ਕਿ ਅੰਤਰਰਾਸ਼ਟਰੀ ਸੰਗਠਨ ਨੂੰ ਜਿਹੜੀ ਆ ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੀ ਭਾਸ਼ਾ ਨੂੰ ਰੈਕੋਗਨਾਈਜ਼ ਕਰਕੇ ਸਾਰੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੇ ਕਿ ਤੁਸੀਂ ਵੀ ਆਪਣੀ ਭਾਸ਼ਾ ਬੋਲੋ। ਤਾਂ ਭਾਸ਼ਾ ਦੇ ਆਧਾਰ ਦੇ ਉੱਤੇ ਪੰਜਾਬੀ ਲੋਕ ਨੇ ਜਿਹੜੇ ਉਹ ਆਪਣੀ ਬੋਲੀ ਪ੍ਰਤੀ ਤੁਹਾਨੂੰ ਕਿੰਨੇ ਕੁ ਸੁਹਿਰਦ ਲੱਗਦੇ ਨੇ ਕਿ ਉਹ ਭਾਸ਼ਾ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਨੇ? ਅੱਜ ਕੱਲ੍ਹ ਆਪਾਂ ਆਪਣੀ ਭਾਸ਼ਾ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਮੈਲਾ ਕਰ ਲਿਆ, ਪ੍ਰਦੂਸ਼ਿਤ ਕਰ ਲਿਆ। ਆਪਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਅਗਰ ਆਪਾਂ ਸੋਸ਼ਲੀ ਗੱਲ ਕਰੀਏ ਕਿ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਮੁੰਡਿਆਂ ਦੀਆਂ ਗੱਲਾਂ ਪਤਾ ਸੁਣ ਲਈਏ ਜਾਂ ਕੁਛ ਕਰ ਲਈਏ, ਅਬਿਊਜ਼ਿਵ ਸ਼ਬਦ ਬੜੇ ਸਾਰੇ ਐਡ ਕਰ ਲਏ ਕਿ ਸਾਡੀ ਭਾਸ਼ਾ ਜਿਹੜੀ ਹੈ ਬੜੀ ਖੂਬਸੂਰਤ ਆ, ਇਹਦੇ ਅੰਦਰ ਕਿੰਨੀਆਂ ਭਾਸ਼ਾਵਾਂ ਦਾ ਸੁਮੇਲ ਆ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਪੜ੍ਹਦੇ ਹਾਂ ਕਿੰਨੀਆਂ ਭਾਸ਼ਾਵਾਂ ਦਾ ਸੁਮੇਲ ਮਿਲਦਾ। ਹੁਣ ਦੁੱਖ ਦੀ ਗੱਲ ਇਹ ਹੈ ਕਿ ਆਪਾਂ ਆਪਣੀ ਭਾਸ਼ਾ ਨੂੰ ਆਪਣੇ ਘਰਾਂ 'ਚ ਹੀ ਵੇਖੀਏ, ਜਦੋਂ ਆਪਾਂ ਛੋਟੇ ਛੋਟੇ ਬੱਚਿਆਂ ਨਾਲ ਹਿੰਦੀ ਬੋਲਦੇ ਹਾਂ, ਛੋਟੇ ਛੋਟੇ ਬੱਚਿਆਂ ਦੇ ਨਾਲ ਅੰਗਰੇਜ਼ੀ ਬੋਲਦੇ ਹਾਂ। ਕੋਈ ਵੀ ਭਾਸ਼ਾ ਮਾੜੀ ਨਹੀਂ ਹੈ, ਸਿੱਖਣੀਆਂ ਚਾਹੀਦੀਆਂ। ਹਿੰਦੀ ਵੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਹੈ, ਜਿੰਨੀਆਂ ਭਾਸ਼ਾਵਾਂ ਨੇ ਸਾਰੀਆਂ ਸਿੱਖਣੀਆਂ ਚਾਹੀਦੀਆਂ। ਪਰ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਕਹਿ ਲਈਏ ਕਿ ਪਰਫੈਕਸ਼ਨ ਜਿਹੜੀ ਉਹ ਆਪਣੀ ਭਾਸ਼ਾ 'ਚੋਂ ਹੋਣੀ ਚਾਹੀਦੀ। ਆਪਾਂ ਇਕੱਲੇ ਸਰੀਰਕ ਪੱਧਰ ਤੇ ਨਹੀਂ ਸੀ ਲੜਦੇ, ਆਪਾਂ ਬੌਧਿਕ ਸਤਰ ਤੇ ਵੀ ਉਹਨਾਂ ਨਾਲ ਲੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜਾ ਆ। ਅੱਜ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਲੋਕ ਆਪਣੀ ਮਾਂ ਬੋਲੀ ਦਾ ਪ੍ਰਗਟਾਵਾ ਕਰਦੇ ਨੇ, ਉਸਦੇ ਪ੍ਰਸਾਰ ਕਰਨ ਦੇ ਲਈ ਯਤਨ ਕਰਦੇ ਨੇ ਅਤੇ ਆਪਣੇ ਅੱਜ ਦੇ ਇਸ ਦਿਹਾੜੇ ਨੂੰ ਆਪਣੀ ਮਾਂ ਬੋਲੀ ਦੇ ਦਿਨ ਦੇ ਵਜੋਂ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਪਰ ਇਸ ਦਿਨ ਦਾ ਇਤਿਹਾਸ ਬਹੁਤ ਵੱਡਾ ਆ ਅਤੇ ਮਾਂ ਬੋਲੀ ਕਿਉਂ ਜਿਉਂਦੀ ਰਹਿਣੀ ਚਾਹੀਦੀ ਹੈ, ਘਰਾਂ ਦੇ ਵਿੱਚ ਮਾਂ ਬੋਲੀ ਦਾ ਕੀ ਅਹਿਮੀਅਤ ਹੋਣੀ ਚਾਹੀਦੀ ਹੈ, ਇਹ ਗੱਲਾਂ ਵੀ ਬੜੀਆਂ ਗੰਭੀਰ ਅਤੇ ਵਿਸ਼ੇਸ਼ ਨੇ। ਅੱਜ ਇਹਨਾਂ ਮਸਲਿਆਂ ਦੇ ਉੱਤੇ ਹੀ ਖਾਸ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪ੍ਰੋਫੈਸਰ ਦਿਲਰਾਜ ਸਿੰਘ ਬਾਜਵਾ ਜੀ ਜੁੜੇ ਨੇ, ਜਿਹੜੇ ਮਾਤਾ ਗੁਜਰੀ ਕਾਲਜ ਦੇ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਤੋਂ ਜਾਣਾਂਗੇ ਕਿ ਅੱਜ ਦੇ ਵਿਦਿਆਰਥੀ ਵਰਗ ਦੇ ਵਿੱਚ, ਸਮਾਜ ਦੇ ਵਿੱਚ, ਘਰਾਂ ਦੇ ਵਿੱਚ ਮਾਂ ਬੋਲੀ ਦਾ ਕੀ ਮਹੱਤਵ ਹੋਣਾ ਚਾਹੀਦਾ ਹੈ ਅਤੇ ਕੀ ਹੈ। ਇਸ ਦੇ ਨਾਲ ਨਾਲ ਸਭ ਤੋਂ ਪਹਿਲਾਂ ਉਹਨਾਂ ਤੋਂ ਮਾਂ ਬੋਲੀ ਦਿਹਾੜੇ ਦੇ ਇਤਿਹਾਸ ਦੀ ਵੀ ਜਾਣਕਾਰੀ ਲਵਾਂਗੇ। ਆਓ ਉਹਨਾਂ ਦਾ ਸਭ ਤੋਂ ਪਹਿਲਾਂ ਨਿੱਘਾ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ। ਧੰਨਵਾਦ ਜੀ। ਅੱਜ 21 ਫਰਵਰੀ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੀਆਂ ਕੌਮਾਂ ਆਪਣੀ ਮਾਂ ਬੋਲੀ ਨੂੰ ਅੱਜ ਸੈਲੀਬ੍ਰੇਟ ਕਰ ਰਹੀਆਂ, ਮਨਾ ਰਹੀਆਂ ਨੇ। ਤਾਂ ਅੱਜ ਇਸ ਦਿਨ ਦਾ ਇਤਿਹਾਸ ਕੀ ਹੈ ਕਿ ਅੱਜ ਦੇ ਦਿਨ ਹੀ ਕਿਉਂ ਕੌਮਾਂਤਰੀ ਮਾਂ ਬੋਲੀ ਦਿਹਾੜਾ ਮਨਾਇਆ ਜਾਂਦਾ? ਇਹਦਾ ਜੋ ਇਤਿਹਾਸ ਆ ਉਹ ਐਕਚੁਅਲੀ ਜਦੋਂ 1947 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਬਣਿਆ ਜੀ, ਤੇ ਪਾਕਿਸਤਾਨ ਜਿਹੜਾ ਉਹਦੀ ਅਫੀਸ਼ੀਅਲ ਭਾਸ਼ਾ ਜਿਹੜੀ ਉਹਨਾਂ ਨੇ ਉਰਦੂ ਜਿਹੜਾ ਉਹਦਾ ਐਲਾਨ ਕਰ ਦਿੱਤਾ ਗਿਆ। ਪਰ ਪਾਕਿਸਤਾਨ ਦੇ ਵਿੱਚ ਹੀ ਜਿਹੜਾ ਆ, ਜਿੱਥੇ ਇੱਕ ਵੈਸਟ ਪਾਕਿਸਤਾਨ ਹੈ ਜਿਹਨੂੰ ਆਪਾਂ ਪਾਕਿਸਤਾਨ ਕਰਕੇ ਜਾਣਦੇ ਹਾਂ, ਤੇ ਇੱਕ ਈਸਟ ਪਾਕਿਸਤਾਨ ਹੈ ਜਿਹੜਾ 1971 ਦੇ ਵਿੱਚ ਬੰਗਲਾਦੇਸ਼ ਬਣਿਆ। ਉੱਥੇ ਬੰਗਲਾ ਭਾਸ਼ਾ ਨੂੰ ਜਾਂ ਉਹਨਾਂ ਦੀ ਜਿਹੜੀ ਆਪਣੀ ਭਾਸ਼ਾ ਹੈ ਬੋਲਣ ਵਾਲੇ ਲੋਕੀ ਹੀ। ਤੇ ਜਦੋਂ 1947 ਦੇ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਪਾਕਿਸਤਾਨ ਦੀ ਜਿਹੜੀ ਅਫੀਸ਼ੀਅਲ ਭਾਸ਼ਾ ਹੈ, ਨੈਸ਼ਨਲ ਭਾਸ਼ਾ ਹੈ, ਉਹ ਜਿਹੜੀ ਉਰਦੂ ਹੋਏਗੀ, ਤੇ ਉੱਥੇ ਜਿਹੜੇ ਬੰਗਲਾ ਬੋਲਣ ਵਾਲੇ ਲੋਕ ਹੀ ਉਹਨਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਕਿ ਸਾਡੀ ਭਾਸ਼ਾ ਜਿਹੜੀ ਆ ਉਹਨੂੰ ਵੀ ਕਿਤੇ ਨਾ ਕਿਤੇ ਰੈਕੋਗਨਾਈਜ਼ ਜਿਹੜਾ ਕੀਤਾ ਜਾਏ। ਤੇ ਜਦੋਂ ਉਹਨਾਂ ਨੇ ਵਿਰੋਧ ਕੀਤਾ ਤੇ ਸਰਕਾਰ ਨੇ ਉਹਨਾਂ ਦੀਆਂ ਜੋ ਰੈਲੀਆਂ ਹੋਈਆਂ ਜਾਂ ਉਹਨਾਂ ਨੇ ਜਿਹੜੇ ਆਪਣੇ ਵਿਰੋਧ ਪ੍ਰਦਰਸ਼ਨ ਕੀਤੇ, ਉਹਨਾਂ ਨੂੰ ਮਤਲਬ ਕੁਚਲਣ ਦੀ ਕੋਸ਼ਿਸ਼ ਕੀਤੀ। ਤੇ ਫਿਰ ਇਸੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ 1952 ਦੇ ਵਿੱਚ ਜਿਹੜਾ ਹੈ ਉੱਥੇ ਜਿਹੜੇ ਕੁਛ ਲੋਕਾਂ ਦੀ ਜਿਹੜੀ ਆ ਡੈਥ ਹੋ ਗਈ ਕਿ ਆਪਣੀ ਭਾਸ਼ਾ ਦੇ ਵਾਸਤੇ ਉਹ ਲੋਕੀ ਲੜ ਰਹੇ ਸੀ। ਢਾਕਾ ਦੇ ਵਿੱਚ ਬੰਗਲਾਦੇਸ਼ ਦੀ ਜਿਹੜੀ ਉਹਨਾਂ ਦੀ ਰਾਜਧਾਨੀ ਆ, ਉਹਦੇ ਵਿੱਚ ਜਿਹੜੇ ਨੇ ਉਹ ਭਾਸ਼ਾ ਦੇ ਮੰਗ ਨੂੰ ਲੈ ਕੇ ਜਦੋਂ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਤੇ ਉਹ ਲੋਕਾਂ ਨੇ ਉਸ ਦਿਹਾੜੇ ਨੂੰ ਜਿਹੜਾ ਆ ਮਨਾਉਣ ਦੇ ਉਹਦੇ ਵਾਸਤੇ ਉਹਨਾਂ ਨੇ ਆਪਣਾ ਰੱਖ ਲਿਆ ਕਿ ਸਾਡਾ ਇਹ ਮਦਰ ਟੰਗ ਡੇ ਹੋਏਗਾ, ਮਾਤ ਭਾਸ਼ਾ ਦਿਵਸ ਜਿਹੜਾ ਮਨਾਇਆ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੇ ਮਨਾਉਣਾ ਸ਼ੁਰੂ ਕੀਤਾ। ਫਿਰ 1971 ਦੇ ਵਿੱਚ ਜਦੋਂ ਬੰਗਲਾਦੇਸ਼ ਬਣ ਗਿਆ, ਉਸ ਤੋਂ ਬਾਅਦ ਫਿਰ ਜਿਹੜਾ ਯੂਨਾਈਟਿਡ ਨੇਸ਼ਨ ਨੇ ਜਿਹੜੀ ਉਹ ਇੱਕ ਦਿਨ ਆਪਣੇ ਲੋਕਾਂ ਨੂੰ ਸਮਰਪਿਤ ਕਰਦੇ ਸੀ, ਆਪਣੀ ਭਾਸ਼ਾ ਨੂੰ ਸਮਰਪਿਤ ਕਰਦੇ ਸੀ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਆਪਣੀ ਭਾਸ਼ਾ ਵਾਸਤੇ। ਉਹਨਾਂ ਨੇ ਫਿਰ ਯੂਨੈਸਕੋ ਨੇ ਜਿਹੜਾ ਯੂਨਾਈਟਿਡ ਨੇਸ਼ਨ ਦੀ ਇੱਕ ਸ਼ਾਖਾ ਹੈ
ਉਹਨਾਂ ਨੇ ਫਿਰ 1999 ਦੇ ਵਿੱਚ ਜਿਹੜਾ ਆ ਇਹਨੂੰ ਰੈਕੋਗਨਾਈਜ਼ ਕੀਤਾ ਕਿ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਾਰੇ ਲੋਕੀ ਜਿਹੜੇ ਨੇ ਆਪਣੀ ਆਪਣੀ ਮਾਤ ਭਾਸ਼ਾ ਨੂੰ ਰੈਕੋਗਨਾਈਜ਼ ਕਰਨ, ਆਪਣੀ ਆਪਣੀ ਭਾਸ਼ਾ ਨੂੰ ਬੋਲਣ, ਉਹਨੂੰ ਪ੍ਰਚਾਰਨ, ਕਿਉਂਕਿ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ ਨਾ ਬੋਲੇ ਜਾਣ ਕਰਕੇ ਜਾਂ ਨਾ ਜਿਨ੍ਹਾਂ ਲੋਕਾਂ ਦੀਆਂ ਭਾਸ਼ਾਵਾਂ ਨੇ ਉਹਨਾਂ ਨੇ ਆਪਣੀ ਭਾਸ਼ਾ ਦੀ ਅਹਿਮੀਅਤ ਨੂੰ ਨਹੀਂ ਸਮਝਿਆ ਤੇ ਉਹ ਭਾਸ਼ਾਵਾਂ ਖਤਮ ਹੋਈਆਂ ਨੇ। ਤੇ ਇਸ ਕਰਕੇ ਉਹਨਾਂ ਨੇ ਇੱਕ, ਕਿਉਂਕਿ ਯੂਨਾਈਟਿਡ ਨੇਸ਼ਨ ਦਾ ਮਕਸਦ ਹੈ ਕਿ ਕਲਚਰ ਦੇ ਰਾਹੀਂ, ਭਾਸ਼ਾ ਦੇ ਰਾਹੀਂ ਸਾਰੇ ਲੋਕੀ ਇੱਕ ਦੂਸਰੇ ਨਾਲ ਜੁੜਨ, ਤੇ ਇਸ ਕਰਕੇ ਇਹਨਾਂ ਨੇ ਜਿਹੜਾ ਆ 21 ਫਰਵਰੀ ਜਿਹੜਾ ਇਹ ਦਿਨ ਨਿਰਧਾਰਿਤ ਕਰ ਲਿਆ ਕਿ ਇਸ ਦਿਨ ਜਿਹੜਾ ਸਾਰੇ ਦੇਸ਼ ਜਿਹੜੇ ਮਿਲ ਕੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਆ ਮਾਤ ਭਾਸ਼ਾ ਦਿਵਸ ਜਿਹੜਾ ਮਨਾਇਆ ਜਾਏ। ਜਾਣੀ ਕਿ ਬੰਗਲਾਦੇਸ਼ ਦੁਨੀਆ ਦੇ ਵਿੱਚ ਭਾਸ਼ਾ ਦੇ ਤੌਰ ਦੇ ਉੱਤੇ ਬਣਿਆ ਹੋਇਆ ਪਹਿਲਾ ਮੁਲਕ ਹੈ। ਬਿਲਕੁਲ, ਕਿਉਂਕਿ ਜਦੋਂ ਉਹਨਾਂ ਦੀ ਭਾਸ਼ਾ ਨੂੰ ਰੈਕੋਗਨਾਈਜ਼ ਨਹੀਂ ਕੀਤਾ ਤੇ ਉਹ ਲੋਕਾਂ ਨੇ ਬਲੀਦਾਨ ਦਿੱਤੇ, ਉਹ ਲੋਕੀ ਲੜੇ। ਤੇ ਇਹ ਵੀ ਇੱਕ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਛੋਟੇ ਜਿਹੇ ਦੇਸ਼ ਦੇ ਲੋਕੀ ਇੰਨੇ ਵੱਡੇ ਪੱਧਰ ਦਾ ਬਲੀਦਾਨ ਦਿੱਤਾ ਕਿ ਅੰਤਰਰਾਸ਼ਟਰੀ ਸੰਗਠਨ ਨੂੰ ਜਿਹੜੀ ਆ ਉਹਨਾਂ ਦੀ ਆਵਾਜ਼ ਨੂੰ, ਉਹਨਾਂ ਦੀ ਭਾਸ਼ਾ ਨੂੰ ਰੈਕੋਗਨਾਈਜ਼ ਕਰਕੇ ਸਾਰੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੇ ਕਿ ਤੁਸੀਂ ਵੀ ਆਪਣੀ ਭਾਸ਼ਾ ਬੋਲੋ ਜੀ। ਤਾਂ ਜਿਵੇਂ ਬੰਗਾਲੀ ਲੋਕ ਨੇ ਉਹ ਸਾਹਿਤ ਬੜਾ ਲਿਖਦੇ ਨੇ, ਪੜ੍ਹਦੇ ਨੇ, ਤਾਂ ਉਹ ਆਪਣੀ ਭਾਸ਼ਾ ਦੇ ਨਾਲ ਜੁੜੇ ਹੋਏ ਲੋਕ ਨੇ। ਤਾਂ ਇਸੇ ਤਰਜ ਦੇ ਉੱਤੇ ਮੈਂ ਪੰਜਾਬੀ ਤੇ ਆਉਣਾ ਕਿ ਜਿਸ ਤਰ੍ਹਾਂ ਭਾਸ਼ਾ ਦੇ ਆਧਾਰ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਸਾਡੀ ਭਾਸ਼ਾ ਨੂੰ ਨਹੀਂ ਪ੍ਰਵਾਨ ਕੀਤਾ ਜਾਊਗਾ ਜਾਂ ਤਰਜੀਹ ਨਹੀਂ ਦਿੱਤੀ ਜਾਊਗੀ ਤਾਂ ਅਸੀਂ ਵੱਖਰੇ ਹੋਵਾਂਗੇ। ਤਾਂ ਭਾਸ਼ਾ ਦੇ ਆਧਾਰ ਦੇ ਉੱਤੇ ਪੰਜਾਬੀ ਲੋਕ ਨੇ ਜਿਹੜੇ ਉਹ ਆਪਣੀ ਬੋਲੀ ਪ੍ਰਤੀ ਤੁਹਾਨੂੰ ਕਿੰਨੇ ਕੁ ਸੁਹਿਰਦ ਲੱਗਦੇ ਨੇ ਕਿ ਉਹ ਭਾਸ਼ਾ ਨੂੰ ਕਿੰਨੀ ਕੁ ਅਹਿਮੀਅਤ ਦਿੰਦੇ ਨੇ? ਸਭ ਤੋਂ ਪਹਿਲਾਂ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਅੱਜ ਕੱਲ੍ਹ ਆਪਾਂ ਆਪਣੀ ਭਾਸ਼ਾ ਜਿਹੜੀ ਆ ਉਹਨੂੰ ਬਹੁਤ ਜ਼ਿਆਦਾ ਮੈਲਾ ਕਰ ਲਿਆ, ਪ੍ਰਦੂਸ਼ਿਤ ਕਰ ਲਿਆ। ਉਹਦਾ ਕਾਰਨ ਇਹ ਆ ਕਿ ਆਪਾਂ ਆਪਣੀ ਪੰਜਾਬੀ ਭਾਸ਼ਾ ਦੇ ਵਿੱਚ ਅਗਰ ਆਪਾਂ ਸੋਸ਼ਲੀ ਗੱਲ ਕਰੀਏ ਕਿ ਜਦੋਂ ਆਪਾਂ ਗੱਲਬਾਤ ਕਰਦੇ ਹਾਂ, ਮੁੰਡਿਆਂ ਦੀਆਂ ਗੱਲਾਂ ਪਤਾ ਸੁਣ ਲਈਏ ਜਾਂ ਕੁਛ ਕਰ ਲਈਏ, ਅਬਿਊਜ਼ਿਵ ਸ਼ਬਦ ਬੜੇ ਸਾਰੇ ਐਡ ਕਰ ਲਏ। ਪਹਿਲਾਂ ਇੱਕ ਹੋਰ ਮੈਂ ਕੁਛ ਇਤਿਹਾਸਕ ਪੱਖ ਰੱਖਣਾ ਚਾਹਾਂਗਾ ਕਿ 1947 ਤੋਂ ਪਹਿਲਾਂ ਜਾਂ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਪੜ੍ਹਾਈ ਹੋਣੀ ਜਾਂ ਸਾਡੇ ਜਿਹੜੇ ਬਜ਼ੁਰਗ ਪੜ੍ਹਦੇ ਸੀ, ਉਰਦੂ ਉਰਦੂ ਦੀ ਪੜ੍ਹਾਈ ਹੀ ਜਾਂ ਸ਼ਾਹਮੁਖੀ ਹੀ, ਆਪਾਂ ਜਿਹੜੀ ਪੰਜਾਬੀ ਬੋਲਦੇ ਹਾਂ ਗੁਰਮੁਖੀ ਹੈ, ਤੇ ਸ਼ਾਹਮੁਖੀ ਜੋ ਅਲਫਬੇ ਤੋਂ ਸ਼ੁਰੂ ਹੁੰਦੀ ਹੈ ਉਹ ਪੰਜਾਬੀ ਸਾਡੀ ਪੜ੍ਹਾਈ ਦਾ ਹਿੱਸਾ ਹੈ। ਤੇ ਸਾਡੀ ਜਿਹੜੀ ਭਾਸ਼ਾ, ਕੋਈ ਵੀ ਭਾਸ਼ਾ ਉਦੋਂ ਅਮੀਰ ਹੁੰਦੀ ਹੈ ਜਦੋਂ ਉਹਨਾਂ ਭਾਸ਼ਾਵਾਂ ਦੇ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਆ ਜਾਂਦਾ। ਜਿਵੇਂ ਆਪਾਂ ਪੰਜਾਬ ਦੀ ਭਾਸ਼ਾ ਸ਼ਬਦ ਦੀ ਗੱਲ ਕਰ ਲਈਏ ਤੇ 5+ ਆਬ ਕੇ ਫਾਰਸੀ ਦਾ ਸ਼ਬਦ ਆ ਆਬ, 5+ ਕਿ 5 ਦਰਿਆਵਾਂ ਦੀ ਧਰਤੀ, ਕਿ ਸਾਡੀ ਭਾਸ਼ਾ ਜਿਹੜੀ ਹੈ ਬੜੀ ਖੂਬਸੂਰਤ ਆ। ਇਹਦੇ ਅੰਦਰ ਕਿੰਨੀਆਂ ਭਾਸ਼ਾਵਾਂ ਦਾ ਸੁਮੇਲ ਆ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਪੜ੍ਹਦੇ ਹਾਂ ਕਿੰਨੀਆਂ ਭਾਸ਼ਾਵਾਂ ਦਾ ਸੁਮੇਲ ਮਿਲਦਾ। ਤੇ ਸਾਡੀ ਭਾਸ਼ਾ ਦੀ ਅਮੀਰੀਅਤ ਇਹ ਹੀ ਕਿ ਸਾਡੀ ਭਾਸ਼ਾ ਦੇ ਅੰਦਰ ਬੜੀਆਂ ਸਾਰੀਆਂ ਭਾਸ਼ਾਵਾਂ ਦਾ ਸੁਮੇਲ ਹੀ, ਸੰਸਕ੍ਰਿਤ ਦਾ ਹੀ, ਬ੍ਰਿਜ ਦਾ ਹੀ, ਫਾਰਸੀ ਦਾ ਹੀ। ਤੇ ਹੁਣ ਦੁੱਖ ਦੀ ਗੱਲ ਇਹ ਹੈ ਕਿ ਆਪਾਂ ਆਪਣੀ ਭਾਸ਼ਾ ਨੂੰ ਆਪਣੇ ਘਰਾਂ 'ਚ ਹੀ ਵੇਖੀਏ, ਜਦੋਂ ਆਪਾਂ ਛੋਟੇ ਛੋਟੇ ਬੱਚਿਆਂ ਨਾਲ ਹਿੰਦੀ ਬੋਲਦੇ ਹਾਂ, ਛੋਟੇ ਛੋਟੇ ਬੱਚਿਆਂ ਦੇ ਨਾਲ ਅੰਗਰੇਜ਼ੀ ਬੋਲਦੇ ਹਾਂ। ਕੋਈ ਵੀ ਭਾਸ਼ਾ ਮਾੜੀ ਨਹੀਂ ਹੈ, ਸਿੱਖਣੀਆਂ ਚਾਹੀਦੀਆਂ। ਹਿੰਦੀ ਵੀ ਸਿੱਖਣੀ ਚਾਹੀਦੀ ਹੈ, ਅੰਗਰੇਜ਼ੀ ਵੀ ਸਿੱਖਣੀ ਚਾਹੀਦੀ ਹੈ, ਜਿੰਨੀਆਂ ਭਾਸ਼ਾਵਾਂ ਨੇ ਸਾਰੀਆਂ ਸਿੱਖਣੀਆਂ ਚਾਹੀਦੀਆਂ। ਪਰ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਕਹਿ ਲਈਏ ਕਿ ਪਰਫੈਕਸ਼ਨ ਜਿਹੜੀ ਉਹ ਆਪਣੀ ਭਾਸ਼ਾ 'ਚੋਂ ਹੋਣੀ ਚਾਹੀਦੀ ਹੈ। ਸਾਡੀ ਭਾਸ਼ਾ ਕਿੰਨੀ ਅਮੀਰ ਹੈ ਜਦੋਂ ਆਪਾਂ ਇਹਨੂੰ ਪੜ੍ਹਾਂਗੇ, ਸਾਹਿਤ ਨਾਲ ਜੋੜਾਂਗੇ, ਸਾਹਿਤ ਨੂੰ ਪੜ੍ਹਾਂਗੇ, ਜੋ ਸਾਡੀਆਂ ਧਾਰਮਿਕ ਕਿਤਾਬਾਂ ਨੇ ਉਹਨਾਂ ਨੂੰ ਪੜ੍ਹਾਂਗੇ, ਇਤਿਹਾਸ ਪੜ੍ਹਾਂਗੇ ਆਪਣੀ ਭਾਸ਼ਾ ਦੇ ਵਿੱਚ, ਫਿਰ ਜਾ ਕੇ ਆਪਾਂ ਸਮਝਾਂਗੇ ਕਿ ਸਾਡੀ ਭਾਸ਼ਾ ਕਿੰਨੀ ਅਮੀਰ ਹੈ। ਹੁਣ ਤੁਸੀਂ ਆਪੇ ਸੋਚੋ ਕਿ ਜਿਵੇਂ ਸਾਡੇ ਕਿਸੇ ਸਮੇਂ ਜਿਹੜੇ ਪੰਜਾਬੀ ਸੀ ਇਹਨਾਂ ਨੂੰ ਵਿਦਵਾਨ ਕਰਕੇ ਜਾਣਿਆ ਜਾਂਦਾ ਹੈ। ਚਾਹੇ ਦਿੱਲੀ ਕੋਈ ਵਾਦ ਵਿਵਾਦ ਹੁੰਦਾ ਸੀ, ਚਾਹੇ ਮੰਤਰੀਆਂ ਨਾਲ ਕੋਈ ਵਾਦ ਵਿਵਾਦ ਹੁੰਦਾ ਸੀ, ਤੇ ਆਪਣੇ ਕਿੰਨੇ ਵੱਡੇ ਵਿਦਵਾਨ ਭਾਈ ਕਾਨ ਸਿੰਘ ਨਾਭਾ ਵਰਗੇ ਜਾਂ ਮਹਾਨ ਕੋਸ਼ ਦੀ ਸਿਰਜਣਾ ਕੀਤੀ, ਸਾਨੂੰ ਇੱਕ ਇੱਕ ਸ਼ਬਦ ਦਾ ਜਿਹੜਾ ਦੱਸਿਆ। ਤੇ ਆਪਾਂ ਤੁਸੀਂ ਇੱਕ ਜਨਰਲਾਈਜ਼ ਕਰਕੇ ਦੇਖੋ ਕਿ ਕਿੰਨੇ ਲੋਕੀ ਮਹਾਨ ਕੋਸ਼ ਨੂੰ ਪੜ੍ਹਦੇ ਨੇ, ਕਿੰਨੇ ਲੋਕੀ ਦੇਖਦੇ ਨੇ ਕਿ ਕਿਹੜੇ ਸ਼ਬਦ ਦਾ ਕੀ ਮਤਲਬ ਹੈ। ਇੰਨੀ ਵੱਡੀ ਖੋਜ ਤੋਂ ਬਾਅਦ ਜਾ ਕੇ ਜਿਹੜਾ ਉਹਦੀ ਸਿਰਜਣਾ ਹੋਈ ਉਹਦੀ ਮਹਾਨ ਕੋਸ਼ ਦੀ, ਭਾਈ ਗੰਡਾ ਸਿੰਘ ਹੀ, ਭਾਈ ਵੀਰ ਸਿੰਘ ਨੇ ਇੰਨੀਆਂ ਮਹਾਨ ਕਵਿਤਾਵਾਂ ਨੂੰ ਜਿਹੜਾ ਸਿਰਜਣਾ ਕੀਤੀ ਉਹਨਾਂ ਦੀ ਕਵਿਤਾਵਾਂ ਦੀ। ਸਾਡੇ ਕੋਲ ਬਹੁਤ ਵੱਡੇ ਵਿਦਵਾਨ ਹੀ ਪੰਜਾਬੀ ਪੜ੍ਹਨ ਲਿਖਣ ਤੋਂ ਜਾਣੇ ਜਾਂਦੇ ਆ। ਆਪਾਂ ਹੁਣ ਜਿਵੇਂ ਬੰਗਲਾ ਭਾਸ਼ਾ ਦੀ ਗੱਲ ਕਰ ਰਹੇ ਹਾਂ, ਤੇ ਜੇ ਆਪਾਂ ਗੱਲ ਕਰੀਏ ਕਿ ਬੰਗਾਲ ਹੋ ਗਿਆ ਤੇ ਪੰਜਾਬ ਹੋ ਗਿਆ ਜੀ, ਇਹ ਦੋ ਸੂਬੇ ਇਹੋ ਜਿਹੇ ਸੀ ਕਿ ਜਿੱਥੇ ਲੋਕੀ ਬਹੁਤ ਜ਼ਿਆਦਾ ਪੜ੍ਹਦੇ ਸੀ, ਤੇ ਤਾਂ ਹੀ ਕਰਕੇ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਜੰਗ ਜਿਹੜੀਆਂ ਕੀਤੀਆਂ ਗਈਆਂ, ਆਪਾਂ ਇਕੱਲੇ ਸਰੀਰਕ ਪੱਧਰ ਤੇ ਨਹੀਂ ਸੀ ਲੜਦੇ, ਆਪਾਂ ਬੌਧਿਕ ਸਤਰ ਤੇ ਵੀ ਉਹਨਾਂ ਨਾਲ ਲੜਦੇ ਹਾਂ ਜੀ। ਕਿ ਆਪਾਂ ਉਹਨਾਂ ਦੇ ਅੰਗਰੇਜ਼ਾਂ ਦਾ ਇਤਿਹਾਸ ਵੀ ਪੜ੍ਹਦੇ ਹਾਂ, ਆਪਾਂ ਆਪਣਾ ਵੀ ਪੜ੍ਹਦੇ ਹਾਂ, ਸਾਨੂੰ ਆਪਣੀ ਹੋਂਦ ਦਾ ਵੀ ਪਤਾ ਹੁੰਦਾ ਹੈ ਕਿ ਸਾਡੀ ਹੋਂਦ ਕਿੱਡੀ ਵੱਡੀ ਹੈ ਜੀ। ਤੇ ਉਹ ਕਿਤੇ ਨਾ ਕਿਤੇ ਅੱਜ ਕਹਿ ਲਓ ਕਿ ਸਾਡੇ ਨੌਜਵਾਨਾਂ ਦੇ ਅੰਦਰੋਂ ਜਿਹੜੀ ਆ, ਜੇ ਮੈਂ ਇੱਕ ਐਜੂਕੇਸ਼ਨ ਦੇ ਉਹਦੇ 'ਤੇ ਗੱਲ ਕਰਾਂ, ਤੇ ਉਹ ਬੜਾ ਦੁੱਖ ਹੁੰਦਾ ਹੈ ਕਿ ਅੱਜ ਕੱਲ੍ਹ ਜਿਹੜੇ ਬੱਚੇ ਨੇ ਉਹ ਆਪਣੀ ਭਾਸ਼ਾ ਦੇ ਵਿੱਚ ਲਿਖੀਆਂ ਹੋਈਆਂ ਕਿਤਾਬਾਂ ਜਿਹੜੀਆਂ ਨੇ ਉਹ ਜ਼ਿਆਦਾਤਰ ਨਹੀਂ ਪੜ੍ਹ ਰਹੇ। ਉਹ ਆਪਣੀ ਭਾਸ਼ਾ ਨੂੰ ਛੱਡ ਕੇ ਅੰਗਰੇਜ਼ੀ ਬੋਲਣਾ ਜਿਹੜਾ ਉਹਨੂੰ ਇਹ ਪ੍ਰਾਊਡ ਫੀਲ ਕਰਦੇ ਨੇ ਕਿ ਆਪਾਂ ਅੰਗਰੇਜ਼ੀ ਬੋਲ ਰਹੇ ਹਾਂ, ਜਾਂ ਦੂਸਰੀ ਭਾਸ਼ਾ ਬੋਲ ਕੇ ਜਿਹੜੀ ਆ ਮਤਲਬ ਉਹਦੇ 'ਚ ਬੋਲ ਕੇ ਜਿਹੜਾ ਪ੍ਰਾਊਡ ਮਹਿਸੂਸ ਕਰਦੇ ਨੇ ਆਪਣੀ ਭਾਸ਼ਾ ਨੂੰ ਛੱਡ ਕੇ।
ਤੇ ਜਦੋਂ ਅਜਿਹਾ ਹੁੰਦਾ ਫਿਰ ਦੁੱਖ ਹੁੰਦਾ ਕਿ ਐਡੀ ਅਮੀਰ ਭਾਸ਼ਾ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਉਹ ਲਿਖੇ ਗਏ, ਹੋਰ ਸਾਡਾ ਐਡਾ ਵੱਡਾ ਸਾਹਿਤ ਦਾ ਜਨਮ ਹੋਇਆ, ਤੇ ਉਹ ਐਡੀ ਪਿਆਰੀ ਭਾਸ਼ਾ ਨੂੰ ਛੱਡ ਕੇ ਜੋ ਦੂਸਰੀ ਭਾਸ਼ਾ ਨੂੰ ਅਪਣਾਉਂਦੇ ਨੇ ਜਾਂ ਦੂਸਰੀ ਭਾਸ਼ਾ ਨੂੰ ਜ਼ਿਆਦਾ ਵੱਡਾ ਦੱਸਦੇ ਨੇ ਜੀ, ਤੇ ਉਹ ਚੀਜ਼ ਜਿਹੜੀ ਉਹ ਦੁੱਖ ਦਿੰਦੀ ਹੈ। ਸਮੱਸਿਆ ਅੱਜ ਕੀ ਖੜੀ ਹੋ ਗਈ ਹੈ ਕਿ ਜਿਵੇਂ ਕੋਈ ਵੀ ਪੰਜਾਬੀ ਬੋਲਦਾ ਹੈ, ਅਸੀਂ ਬੋਲਦੇ ਹਾਂ ਜਾਂ ਕੋਈ ਹੋਰ ਬੋਲਦਾ, ਸਾਨੂੰ ਬਹੁਤ ਸਾਰੇ ਪੰਜਾਬੀ ਦੇ ਸ਼ਬਦਾਂ ਦਾ ਹੀ ਨਹੀਂ ਪਤਾ ਹੁੰਦਾ। ਅਸੀਂ ਉੱਥੇ ਅੰਗਰੇਜ਼ੀ ਦੇ ਕੋਈ ਹਿੰਦੀ ਦਾ ਸ਼ਬਦ ਆ ਜਾਂਦਾ, ਅਸੀਂ ਉਹਨਾਂ ਸ਼ਬਦਾਂ ਨੂੰ ਵਰਤਦੇ ਹਾਂ, ਤੇ ਜਦੋਂ ਅਸੀਂ ਕਦੇ ਸੋਚਦੇ ਹਾਂ ਵੀ ਇੱਥੇ ਪੰਜਾਬੀ ਦਾ ਕਿਹੜਾ ਸ਼ਬਦ ਹੋਵੇ, ਉਹ ਸਾਨੂੰ ਨਾ ਤਾਂ ਪਤਾ ਹੁੰਦਾ, ਫਿਰ ਅਸੀਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਇੱਕ ਤਰਾਸਦੀ ਹੋ ਗਈ ਪੰਜਾਬੀ ਲੋਕਾਂ ਦੀ ਕਿ ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਇਸ ਕਦਰ ਭੁੱਲ ਚੁੱਕੇ ਨੇ ਕਿ ਉਹਨਾਂ ਨੂੰ ਆਪਣੇ ਸ਼ਬਦਾਂ ਦੀ ਨੌਲੇਜ ਨਹੀਂ ਹੈਗੀ, ਪਰ ਦੂਸਰੇ ਸ਼ਬਦਾਂ ਨੂੰ ਅਸੀਂ ਵੱਡੀ ਮਾਤਰਾ ਦੇ ਵਿੱਚ ਅਡੋਪਟ ਕਰ ਚੁੱਕੇ ਹਾਂ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣੀ ਚਾਹੂੰਗਾ। ਅੱਜ ਦੇ ਨਾ ਪੰਜਾਬੀ ਅਖਬਾਰ ਹੈ ਪੰਜਾਬੀ ਟ੍ਰਿਬਿਊਨ ਜੀ, ਉਹਦੇ ਵਿੱਚ ਇੱਕ ਗੀਤਾ ਕਸ਼ਪ ਕਰਕੇ ਕੁੜੀ ਆ ਜਿਹਨੇ ਆਰਟੀਕਲ ਲਿਖਿਆ ਬਿਹਾਰੀ ਕੁੜੀ ਦੀ ਪੁਕਾਰ ਜੀ, ਜਿਹਦੇ ਵਿੱਚ ਉਹ ਪੰਜਾਬ 'ਚ ਪੜ੍ਹ ਕੇ ਗਈ ਆ ਕੁੜੀ, ਹੁਣ ਆਪਣੇ ਬਿਹਾਰ 'ਚ ਆ। ਉਹ ਆਪਣੀ ਭੋਜਪੁਰੀ ਭਾਸ਼ਾ ਦੀ ਵੀ ਗੱਲ ਕਰ ਰਹੀ ਆ ਤੇ ਉਹ ਆਪਣੀ ਪੰਜਾਬੀ ਭਾਸ਼ਾ ਦੀ ਵੀ ਗੱਲ ਕਰ ਰਹੀ ਆ। ਉਹਨੇ ਉਹਦੇ ਵਿੱਚ ਆਰਟੀਕਲ 'ਚ ਇੱਕ ਗੱਲ ਲਿਖੀ, ਉਹ ਕਹਿੰਦੀ ਕਿ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਕੋਈ ਸਰਦਾਰ ਬੰਦਾ, ਸਿੱਖ ਬੰਦਾ, ਉਹ ਜਦੋਂ ਮੇਰੇ ਨਾਲ, ਮੈਂ ਉਹਨਾਂ ਨੂੰ ਦੱਸ ਵੀ ਦਿੰਦੀ ਹਾਂ ਕਿ ਮੈਨੂੰ ਪੰਜਾਬੀ ਆਉਂਦੀ ਹੈ, ਉਹ ਕਹਿੰਦੇ ਫਿਰ ਵੀ ਮੇਰੇ ਨਾਲ ਹਿੰਦੀ ਬੋਲਦੇ। ਉਹ ਕਹਿੰਦੀ ਕਿ ਉਹ ਗੁਰਬਾਣੀ ਤੋਂ ਜਾਂ ਹੋਰ ਚੀਜ਼ਾਂ ਤੋਂ ਤੇ ਆਪੇ ਦੂਰ ਹੋਣਗੇ ਜਦੋਂ ਆਪਣੀ ਭਾਸ਼ਾ ਦੀ ਨਹੀਂ ਉਸ ਵੈਲਿਊ ਸਮਝ ਰਹੇ। ਕਿ ਮੈਂ ਉਹਨਾਂ ਨੂੰ ਦੱਸ ਵੀ ਦਿੰਦੀ ਹਾਂ ਕਿ ਮੈਨੂੰ ਪੰਜਾਬੀ ਆਉਂਦੀ ਹੈ ਤੇ ਬੜੀ ਚੰਗੀ ਪੰਜਾਬੀ ਆਉਂਦੀ ਹੈ। ਉਹ ਕਹਿੰਦੀ ਮੈਂ ਪੰਜਾਬੀ ਭਾਸ਼ਾ ਨੂੰ ਬੜਾ ਪਿਆਰ ਕਰਦੀ ਹਾਂ। ਉਹ ਕਹਿੰਦੀ ਕਿ ਮੈਂ ਬੇਸ਼ੱਕ ਜੰਮੀ ਬਿਹਾਰ 'ਚ ਹਾਂ, ਪਰ ਮੈਂ ਪੰਜਾਬ ਪੜ੍ਹਨ ਆਈ ਤੇ ਮੈਨੂੰ ਭਾਸ਼ਾ ਨਾਲ ਇਹੋ ਜਿਹੀ ਅਟੈਚਮੈਂਟ ਹੋ ਗਈ ਕਿ ਜਿਨ੍ਹਾਂ ਦੀ ਭਾਸ਼ਾ ਹੈ ਮੈਂ ਉਹਨਾਂ ਨੂੰ ਦੱਸਦੀ ਹਾਂ ਕਿ ਆਪਣੀ ਭਾਸ਼ਾ ਦੀ ਵੈਲਿਊ ਨੂੰ ਸਮਝੋ। ਹੁਣ ਕਰਨਾਟਕਾ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੋਫੈਸਰ ਨੇ ਪੰਡਿਤ ਰਾਉਤ ਨੇਰਕਰ, ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਜਿਹੜਾ ਉਹ ਕਰ ਰਹੇ ਨੇ। ਆਪਾਂ ਬੜਾ ਦੁੱਖ ਹੁੰਦਾ ਕਿ ਪੰਜਾਬੀ ਆਪਾਂ ਉਹਨਾਂ ਦੇ ਉਹ ਕਿੰਨਾ ਅਨੁਵਾਦ ਕਰ ਰਹੇ ਨੇ, ਹਰ ਜਗ੍ਹਾ ਜਾ ਕੇ ਪ੍ਰਚਾਰ ਕਰ ਰਹੇ ਨੇ ਕਿ ਪੰਜਾਬੀ ਭਾਸ਼ਾ ਬੜੀ ਖੂਬਸੂਰਤ ਭਾਸ਼ਾ ਹੈ, ਇਹਨਾਂ ਦਾ ਸਨਮਾਨ ਕਰੋ, ਇਹਨੂੰ ਸਮਝੋ ਕਿ ਮਤਲਬ ਇਹ ਭਾਸ਼ਾ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਾ ਕ੍ਰੀਏਟ ਕਰੋ ਕਿ ਇਹ ਭਾਸ਼ਾ ਨੂੰ ਤੁਸੀਂ ਖਰਾਬ ਕਰੋ। ਤੇ ਉਹਨਾਂ ਨੂੰ ਕਈ ਵਾਰੀ ਮਜ਼ਾਕ ਉਡਾਇਆ ਜਾਂਦਾ ਹੈ ਜਾਂ ਉਹਨਾਂ ਨੂੰ ਸਪੋਰਟ ਨਹੀਂ ਕੀਤਾ ਜਾਂਦਾ, ਤੇ ਉਹ ਵੀ ਚੀਜ਼ ਦੁੱਖ ਦਿੰਦੀ ਹੈ ਕਿ ਅੱਜ ਆਪਾਂ ਭਾਸ਼ਾ ਦਿਵਸ ਮਨਾ ਰਹੇ ਹਾਂ ਤੇ ਉਹਨਾਂ ਦਾ ਵੀ ਜਿਹੜਾ ਕੰਟਰੀਬਿਊਸ਼ਨ ਆ ਤੇ ਕਿ ਉਹ ਸਾਡੀ ਭਾਸ਼ਾ ਦੇ ਵਿੱਚ ਜਿਹੜਾ ਸਮਰਥਨ ਦੇ ਰਹੇ ਨੇ, ਉਹਦੀ ਵੀ ਸ਼ਲਾਘਾ ਜਿਹੜੀ ਹੈ ਕੀਤੀ ਜਾਣੀ ਚਾਹੀਦੀ ਹੈ। ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਜਿਹੜੀ ਕਿ ਸਾਨੂੰ ਜੋ ਸ਼ਬਦ ਨਹੀਂ ਮਿਲਦੇ, ਇਹਦਾ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਸਾਰੀਆਂ ਭਾਸ਼ਾਵਾਂ ਅਮੀਰ ਨੇ। ਆਪਾਂ ਇੰਗਲਿਸ਼ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਆਪਾਂ ਸਿਨੋਨਿਮਸ, ਸਮਾਨਾਰਥਕ ਜਾਂ ਉਲਟ ਸਾਰੇ ਪੜ੍ਹ ਲੈਂਦੇ ਹਾਂ। ਆਪਾਂ ਕਦੇ ਇਹ ਨਹੀਂ ਸਮਝਦੇ ਕਿ ਸਾਡੀ ਪੰਜਾਬੀ ਭਾਸ਼ਾ ਦੇ ਵਿੱਚ ਵੀ ਵੋਕੈਬਲਰੀ ਦੀ, ਸ਼ਬਦਾਂ ਦਾ ਭੰਡਾਰ ਜਿਹੜਾ ਬਹੁਤ ਵੱਡਾ ਹੈ। ਸ਼ਬਦਾਂ ਦਾ ਭੰਡਾਰ ਕਿੱਥੋਂ ਆਏਗਾ? ਜਦੋਂ ਆਪਾਂ ਪੜ੍ਹਾਂਗੇ। ਸ਼ਬਦਾਂ ਦਾ ਭੰਡਾਰ ਆਏਗਾ ਸਾਹਿਤ ਤੋਂ। ਆਪਾਂ ਅੰਗਰੇਜ਼ਾਂ ਦੇ ਕੁਛ ਕੁ ਨਾਮ ਯਾਦ ਕਰਕੇ ਜਾਂ ਉਹ ਚੀਜ਼ਾਂ ਕਰਕੇ ਕਿਸੇ ਦੇ ਅੱਗੇ ਪ੍ਰਭਾਵ ਪਾਉਣ ਵਾਸਤੇ ਜੋ ਦੱਸਦੇ, ਅਗਲਾ ਸੋਚਦਾ ਕਿ ਸ਼ਾਇਦ ਇਹਨੇ ਪਤਾ ਨਹੀਂ ਕਿੰਨਾ ਕੁ ਪੜ੍ਹਿਆ ਹੋਏਗਾ। ਆਪਾਂ ਕਦੀ ਆਪਣੇ ਪੰਜਾਬੀ ਵਿਦਵਾਨਾਂ ਦਾ ਨਾਮ ਲੈ ਕੇ ਜਾਂ ਉਹਨਾਂ ਦੀ ਗੱਲ ਜਿਹੜੀ ਹੈ ਨਹੀਂ ਕਰਦੇ। ਤੇ ਇਹ ਵੀ ਇੱਕ ਤਰਾਸਦੀਆਂ ਨੂੰ ਬਾਹਰਲੇ ਲੋਕੀ ਆਣ ਕੇ ਦੱਸ ਰਹੇ ਆ ਕਿ ਤੁਸੀਂ ਆਪਣੀ ਭਾਸ਼ਾ ਦੀ ਵੈਲਿਊ ਸਮਝੋ। ਹੁਣ ਜਿਹੜੀਆਂ ਸਾਡੀਆਂ ਚਾਹੇ ਰਾਜਨੀਤਿਕ ਪਾਰਟੀਆਂ ਨੇ, ਚਾਹੇ ਸਾਡੀਆਂ ਸਿੱਖਾਂ ਦੀਆਂ ਸੰਸਥਾਵਾਂ ਨੇ ਜਾਂ ਪੰਜਾਬੀਆਂ ਦੀਆਂ ਸੰਸਥਾਵਾਂ ਨੇ, ਕਿਉਂਕਿ ਪੰਜਾਬ ਜਿਹੜਾ ਹੈ ਇੱਕ ਇਕੱਲਾ ਮਤਲਬ ਇੱਕ ਖਾਸ ਆਪਾਂ ਉਹਨੂੰ ਨਹੀਂ ਕਰ ਸਕਦੇ ਸਮੁਦਾਇ ਨੂੰ, ਇਹ ਪੰਜਾਬ ਸਾਰਿਆਂ ਦਾ ਹੈ। ਇਹਦੇ ਉੱਤੇ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਨੇ ਮਤਲਬ ਇਹ ਜਿਹੜਾ ਸਾਰਿਆਂ ਨੂੰ ਮੈਸੇਜ ਦਿੱਤਾ, ਆਪਣਾ 4 ਉਦਾਸੀਆਂ ਕੀਤੀਆਂ, ਉਹ ਸਾਰੇ ਪਾਸੇ ਗਏ। ਹੁਣ ਜੇ ਉਹ ਮੱਕੇ ਗਏ ਹੋਣਗੇ ਤੇ ਉਹਨਾਂ ਨੇ ਉਹਨਾਂ ਦੀ ਭਾਸ਼ਾ 'ਚ ਗੱਲ ਕੀਤੀ ਹੋਏਗੀ। ਸਾਡੇ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਮੈਸੇਜ ਦਿੱਤਾ ਹੈ। ਗੁਰੂ ਨਾਨਕ ਦੇਵ ਜੀ ਨੂੰ ਆਪਾਂ ਕਦੀ ਇਹ ਚੀਜ਼ ਰੈਕੋਗਨਾਈਜ਼ ਕਿਉਂ ਨਹੀਂ ਕਰਦੇ? ਇਹ ਵੀ ਇੱਕ ਦੁੱਖ ਦੀ ਗੱਲ ਹੈ ਕਿ ਉਹਨਾਂ ਤੋਂ ਵੱਡਾ ਕਮਿਊਨੀਕੇਟਰ ਧਰਤੀ 'ਤੇ ਕਦੀ ਹੋਇਆ ਹੀ ਨਹੀਂ। ਉਹਨਾਂ ਤੋਂ ਵੱਡਾ ਸੰਚਾਰ ਕਰਨ ਵਾਲਾ ਪੈਦਾ ਹੋਇਆ ਹੀ ਨਹੀਂ ਕਿ ਉਹ ਜਿਹੜੇ ਦੇਸ਼ 'ਚ ਜਾਂਦੇ ਸੀ, ਜਿੱਥੇ ਵੀ ਜਾਂਦੇ ਸੀ, ਉਹਨਾਂ ਦੀ ਭਾਸ਼ਾ 'ਚ ਗੱਲ ਕਰਦੇ, ਉਹਨਾਂ ਨੂੰ ਸੰਦੇਸ਼ ਦਿੰਦੇ, ਉਹਨਾਂ ਦੀ ਭਾਸ਼ਾ 'ਚ ਗੱਲ ਕਰਦੇ। ਇਹ ਵੀ ਇੱਕ ਬੜੀ ਮਤਲਬ ਤੁਸੀਂ ਲਾ ਲਓ ਕਿ ਮਤਲਬ ਆਮ ਕਿਹਾ ਜਾਂਦਾ ਹੈ ਕਿ ਦੂਸਰੇ ਦੀ ਭਾਸ਼ਾ ਨੂੰ ਵੀ ਉਹੀ ਰਿਸਪੈਕਟ ਕਰੇਗਾ ਜਾਂ ਦੂਸਰੀ ਭਾਸ਼ਾ ਵੀ ਉਹੀ ਸਿੱਖੇਗਾ ਜਿਹੜਾ ਆਪਣੀ ਭਾਸ਼ਾ 'ਚ ਨਿਪੁੰਨ ਹੈ ਜੀ। ਇਹਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਭਾਸ਼ਾ 'ਚ ਕਿੰਨੇ ਜ਼ਿਆਦਾ ਨਿਪੁੰਨ ਹੋਣਗੇ ਕਿ ਉਹਨਾਂ ਨੇ ਦੂਸਰੀਆਂ ਭਾਸ਼ਾਵਾਂ ਵੀ ਸਿੱਖੀਆਂ। ਉਹ ਜੇ ਜਾ ਕੇ ਬਨਾਰਸ ਗੱਲ ਕਰਦੇ ਨੇ ਜਾਂ ਕਿਤੇ ਵੀ ਗੱਲ ਕਰਦੇ ਨੇ, ਪੰਡਤਾਂ ਨਾਲ ਵਾਦ ਜਿਹੜਾ ਰਚਾਉਂਦੇ ਨੇ, ਤੇ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਆਉਂਦੀ ਹੋਏਗੀ, ਉਹਨਾਂ ਨੂੰ ਉਹਨਾਂ ਦੀ ਭਾਸ਼ਾ 'ਚ ਗੱਲ ਕਰਦੇ ਹੋਣਗੇ, ਤਾਂ ਹੀ ਤੇ ਇੰਨਾ ਪ੍ਰਭਾਵਸ਼ਾਲੀ ਸੰਚਾਰ ਕਰਦੇ ਸੀ ਕਿ ਅਗਲਾ ਬੰਦਾ ਸਜਦਾ ਕਰ ਦਿੰਦਾ ਹੈ। ਤੇ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਆਪਾਂ ਜਿਹੜੀ ਹੈ ਸਿਰਫ ਕਿਉਂਕਿ ਆਪਾਂ ਕੀ ਕੀਤਾ, ਆਪਣਾ ਦਾਇਰਾ ਸੀਮਤ ਕਰ ਲਿਆ ਜੀ। ਆਪਾਂ ਹੁਣ ਪੰਜਾਬੀ ਦੀ ਵੈਲਿਊ ਤਾਂ ਸਮਝਾਂਗੇ ਜੇ ਆਪਾਂ ਪੰਜਾਬੀ ਨਾਲ ਮਤਲਬ ਪੰਜਾਬੀ ਦੇ ਨਾਲ ਹੋਰ ਵੀ ਭਾਸ਼ਾਵਾਂ ਦਾ ਪਹਿਲਾਂ ਸਭ ਤੋਂ ਚੰਗੀ ਤਰ੍ਹਾਂ ਪੰਜਾਬੀ ਪੜ੍ਹੀਏ, ਫਿਰ ਦੂਸਰੀਆਂ ਭਾਸ਼ਾਵਾਂ ਦਾ ਅਧਿਐਨ ਕਰੀਏ ਕਿ ਜਿਹੜਾ ਸਾਡਾ ਕੁਛ ਚੰਗਾ ਹੈ ਸਾਡੇ ਕੋਲ ਆਪਾਂ ਅਨੁਵਾਦ ਕਰਕੇ ਦੂਸਰਿਆਂ ਨੂੰ ਦਈਏ। ਦੂਸਰਾ ਜਿਵੇਂ ਰਸੂਲ ਹਮਜ਼ਾ ਤੋਪ ਦੀ ਕਿਤਾਬ ਹੈ ਮੇਰਾ ਦਾਗਿਸਤਾਨ, ਪੰਜਾਬ ਦੇ ਵਿੱਚ ਬੜੇ ਸਾਰੇ ਵਿਦਿਆਰਥੀ ਨੇ ਆਪਾਂ ਦੇਖਦੇ ਹਾਂ ਉਹ ਪੜ੍ਹਦੇ ਨੇ, ਉਹਨਾਂ 'ਚੋਂ ਉਹ ਆਪਣੇ ਦਾਗਿਸਤਾਨ ਦੀ ਉਹਨੇ ਆਪਣੀ ਉਹਦੀ ਰਸ਼ੀਆ ਦੀ ਇੱਕ ਜਗ੍ਹਾ ਦਾਗਿਸਤਾਨ
ਮਤਲਬ ਉਹਦੀ ਉਹ ਗੱਲ ਕਰ ਰਿਹਾ ਕਿ ਮੈਂ ਪਹਾੜਾਂ ਦਾ ਵਸਨੀਕ ਹਾਂ, ਬਟ ਪਹਾੜਾਂ ਦੀ ਖੂਬਸੂਰਤੀ, ਉਹਨਾਂ ਦੀ ਆਪਾਂ ਖੂਬਸੂਰਤੀ ਪੜ੍ਹ ਕੇ ਕਿੰਨੇ ਖੁਸ਼ ਹੁੰਦੇ ਆ। ਤੇ ਇਸ ਤਰ੍ਹਾਂ ਦੀ ਫਿਰ ਕਿਤਾਬ ਦੀ ਸਿਰਜਣਾ ਬਣਦੀ ਆ ਮੇਰਾ ਪੰਜਾਬ। ਤੇ ਉਹ ਪੰਜਾਬ ਕਿ ਜਿਹੜਾ ਕਿਸੇ ਸਮੇਂ ਬੰਦਾ ਸਿੰਘ ਬਹਾਦਰ ਨੇ ਬਣਾਇਆ, ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਰਾਜ ਕੀਤਾ, ਜਿਹੜਾ ਪੰਜਾਬ ਜਿਹਨੂੰ ਅੱਜ ਮਤਲਬ ਪੋਲੀਟੀਕਲੀ ਇਗਨੋਰ ਕੀਤਾ ਜਾ ਰਿਹਾ, ਉਹਨੂੰ ਧਾਰਮਿਕ ਤੌਰ ਤੇ ਇਗਨੋਰ ਕੀਤਾ ਜਾ ਰਿਹਾ। ਮੋਰਚੇ ਦੀ ਆਪਾਂ ਦੇਖ ਲਈਏ ਤਸਵੀਰ ਕਿ ਅੱਜ ਸਾਨੂੰ ਆਪਣੇ ਮਤਲਬ ਆਪਣੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, ਇਹ ਵੀ ਇੱਕ ਹੋਂਦ ਦੀ ਲੜਾਈ ਆ। ਇਹ ਵੀ ਇੱਕ ਹੋਂਦ ਦੀ ਲੜਾਈ ਆ ਕਿ ਦੇਸ਼ ਦੇ ਵਿੱਚ ਇੱਕ ਹੀ ਸਿਸਟਮ ਹੋਣ ਦੇ ਬਾਵਜੂਦ ਸਾਨੂੰ ਅਣਗੌਲਿਆਂ ਕਿਉਂ ਕੀਤਾ ਜਾ ਰਿਹਾ। ਤੇ ਜੇ ਇਹਨੂੰ ਵੀ ਆਪਾਂ ਤਾਂ ਹੀ ਮੋਰਚਾ ਦੀ ਭਾਵਨਾ ਜਾਂ ਹੋਰ ਆਪਣੀ ਸਾਰਾ ਤਾਂ ਸਮਝ ਸਕਾਂਗੇ ਜੇ ਸਾਨੂੰ ਆਪਣੀ ਭਾਸ਼ਾ ਦੇ ਬਾਰੇ ਗਿਆਨ, ਆਪਣੀ ਹੋਂਦ ਦੇ ਭਾਸ਼ਾ, ਕਿਉਂਕਿ ਸਾਡੀ ਹੋਂਦ ਦੇ ਨਾਲ ਜੁੜੀ ਹੋਈ ਚੀਜ਼ ਹੈ। ਆਪਾਂ ਆਪਣੇ ਦੂਸਰੇ ਨੂੰ ਤਾਂ ਹੀ ਦੱਸ ਸਕਾਂਗੇ ਨਾ ਜੇ ਸਾਨੂੰ ਆਪਣੇ ਬਾਰੇ ਪਤਾ ਹੋਏਗਾ। ਜਿਵੇਂ ਤੁਸੀਂ ਹੋਂਦ ਦੀ ਗੱਲ ਕੀਤੀ, ਮੈਨੂੰ ਉੱਥੇ ਉਹ ਬੰਗਲਾਦੇਸ਼ ਦੀ ਗੱਲ ਮੁੜ ਤੋਂ ਯਾਦ ਆ ਗਈ ਕਿ ਬੰਗਲਾਦੇਸ਼ ਤੇ ਪਾਕਿਸਤਾਨ ਦੇ ਲੋਕਾਂ ਦੇ ਵਿਚਾਲੇ ਕੋਈ ਧਾਰਮਿਕ ਫਸਾਦ ਤਾਂ ਨਹੀਂ ਸੀ, ਉਹ ਲੋਕ ਇੱਕੋ ਮਜ਼ਹਬ ਦੇ ਸੀਗੇ, ਪਰ ਉਸ ਤੋਂ ਬਾਅਦ ਵੀ ਉਹ ਵੱਖਰੇ ਹੋਏ ਕਿਉਂਕਿ ਉਹਨਾਂ ਦੀ ਬੋਲੀ ਵੱਖਰੀ ਸੀ। ਤਾਂ ਬੋਲੀ ਇੱਕ ਖਿੱਤੇ ਨੂੰ ਬਚਾਉਣ ਦੇ ਲਈ ਕਿੰਨੀ ਕੁ ਮਹੱਤਵਪੂਰਨ ਹੈ, ਜਾਂ ਇੱਕ ਖਿੱਤੇ ਨੂੰ ਆਪਾਂ ਕਹਿ ਲਈਏ ਇੱਕ ਸਮਾਜ ਨੂੰ, ਕੌਮ ਨੂੰ ਬਚਾਉਣ ਦੇ ਲਈ ਉਸਦੀ ਬੋਲੀ ਨੂੰ ਬਚਾਉਣਾ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਿਆਦਾ ਜ਼ਰੂਰੀ ਹੈ। ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਿ ਹੁਣ ਜਿਹੜੇ ਉਹਨਾਂ ਦੇ ਬੰਗਲਾਦੇਸ਼ ਦੇ ਕਹਿ ਲਓ ਚਾਹੇ ਬੰਗਾਲ ਦੇ ਕਹਿ ਲਓ, ਕਿ ਬੰਗਲਾਦੇਸ਼ ਦਾ ਜਿਹੜਾ ਰਾਸ਼ਟਰੀ ਗੀਤ ਉਹਨਾਂ ਨੇ ਲਿਖਿਆ ਰਵਿੰਦਰਨਾਥ ਟੈਗੋਰ ਨੇ। ਰਵਿੰਦਰਨਾਥ ਟੈਗੋਰ ਨੂੰ ਨੋਬਲ ਪ੍ਰਾਈਜ਼ ਮਿਲਿਆ, ਉਹਨਾਂ ਨੇ ਆਪਣੀ ਭਾਸ਼ਾ 'ਚ ਲਿਖਿਆ। ਉਹਨਾਂ ਨੇ ਕਦੀ, ਉਹ ਪੜ੍ਹਦੇ ਸਾਰੀਆਂ ਭਾਸ਼ਾਵਾਂ 'ਚ ਹੀ, ਉਹ ਪੜ੍ਹਦੇ ਸਾਰੀਆਂ ਭਾਸ਼ਾਵਾਂ 'ਚ ਹੀ, ਪਰ ਲਿਖਦੇ ਆਪਣੀ ਉਹਦੇ 'ਚ ਹੀ ਜੋ ਉਹਨਾਂ ਦੀ ਆਪਣੀ ਮਾਤ ਭਾਸ਼ਾ ਹੈ। ਹੁਣ ਜਿਵੇਂ ਬੋਲੀ ਦੀ ਹੋਂਦ ਦੀ ਗੱਲ ਕੀਤੀ ਆਪਾਂ, ਉਹਨਾਂ ਦੀ ਸਭ ਤੋਂ ਬਲਵੰਤ ਗਾਰਗੀ ਜਿਹੜੇ ਬੜੇ ਤਗੜੇ ਪੰਜਾਬੀ ਇੱਕ ਜਿਹੜੇ ਨੇ ਲੇਖਕ ਰਹੇ ਨੇ, ਹੁਣ ਉਹਨਾਂ ਨੇ ਉਹ ਪਹਿਲਾਂ ਇੰਗਲਿਸ਼ 'ਚ ਲਿਖਦੇ, ਉਹਨਾਂ ਦੀ ਆਪਣੀ ਕਿਤਾਬ ਦੇ ਵਿੱਚ ਉਹਨਾਂ ਲਿਖਿਆ ਹੋਇਆ ਹੈ ਕਿ ਜਦੋਂ ਉਹਨਾਂ ਦੀ ਇੱਛਾ ਸੀ ਕਿ ਮੈਂ ਰਵਿੰਦਰਨਾਥ ਟੈਗੋਰ ਨੂੰ ਮਿਲਾਂ, ਜੋ ਰਵਿੰਦਰਨਾਥ ਟੈਗੋਰ ਨੂੰ ਮਿਲੇ ਤੇ ਉਹਨਾਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਰਵਿੰਦਰਨਾਥ ਟੈਗੋਰ ਨੇ ਕਿਹਾ ਦੇਖੋ ਮੈਂ ਲਿਖਿਆ, ਇੰਗਲਿਸ਼ 'ਚ ਦਿਖਾ ਰਹੇ, ਤੇ ਰਵਿੰਦਰਨਾਥ ਟੈਗੋਰ ਨੇ ਪੁੱਛਿਆ ਕਹਿੰਦੇ ਤੁਹਾਡੀ ਮਾਤ ਭਾਸ਼ਾ ਕਿਹੜੀ ਹੈ? ਉਹ ਕਹਿੰਦੇ ਜੀ ਮੇਰੀ ਮਾਤ ਭਾਸ਼ਾ ਜਿਹੜੀ ਆ ਉਹ ਪੰਜਾਬੀ ਹੈ। ਉਹ ਕਹਿੰਦੇ ਫਿਰ ਆਪਣੀ ਭਾਸ਼ਾ 'ਚ ਕਿਉਂ ਨਹੀਂ ਲਿਖ ਰਿਹਾ? ਉਹ ਕਹਿੰਦੇ ਕਿ ਮਤਲਬ ਤੂੰ ਆਪਣੀ ਭਾਸ਼ਾ 'ਚ ਲਿਖ, ਜੇ ਦਿਲ ਤੋਂ ਲਿਖਣਾ ਹੈ ਤੇ ਆਪਣੀ ਮਾਤ ਭਾਸ਼ਾ 'ਚ ਲਿਖ, ਤੇ ਇੰਨਾ ਵਧੀਆ ਲਿਖ ਕੇ ਤੈਨੂੰ ਪੜ੍ਹਨ ਵਾਸਤੇ ਤੇਰੀ ਭਾਸ਼ਾ ਲੋਕੀ ਸਿੱਖਣ, ਕਿ ਇੰਨਾ ਵਧੀਆ ਲਿਖ ਕੇ ਤੇਰੀ ਭਾਸ਼ਾ। ਹੁਣ ਉਹਨੂੰ ਰਵਿੰਦਰਨਾਥ ਟੈਗੋਰ ਨੂੰ ਸਮਝਣ ਵਾਸਤੇ, ਗੀਤਾਂਜਲੀ ਨੂੰ ਜਿਹੜੀ ਉਹਨਾਂ ਦੀ ਰਚਨਾ ਹੈ, ਇੰਨੀ ਮਹਾਨ ਰਚਨਾ, ਉਹਨੂੰ ਸਮਝਣ ਵਾਸਤੇ ਬੰਗਾਲੀ ਭਾਸ਼ਾ ਲੋਕੀ ਸਿੱਖਦੇ ਨੇ ਕਿ ਆਪਾਂ ਸਮਝ ਸਕੀਏ ਕਿ ਰਵਿੰਦਰਨਾਥ ਟੈਗੋਰ ਨੇ ਲਿਖਿਆ ਕੀ। ਜੇ ਆਪਾਂ ਹੁਣ ਸਾਡੇ ਵੀ ਬਹੁਤ ਵੱਡੇ ਜਿਹੜੇ ਸਿੱਖ ਲੇਖਕ ਨੇ, ਜਿਨ੍ਹਾਂ ਨੇ ਸਿੱਖ ਖੋਜੀ ਨੇ, ਜਿਨ੍ਹਾਂ ਨੇ ਬੜੀ ਰਿਸਰਚ ਕੀਤੀ, ਸੋਹਣ ਸਿੰਘ ਸੀਤਲ ਜੀ, ਸੋਹਣ ਸਿੰਘ ਸੀਤਲ ਜਿਹੜੇ ਸੀ ਉਹ ਵੀ ਕਈ ਭਾਸ਼ਾਵਾਂ ਜਾਣਦੇ, ਉਹਨਾਂ ਨੇ ਇਤਿਹਾਸ ਲਿਖਿਆ, ਉਹਨਾਂ ਨੇ ਬੜੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਆ ਮਤਲਬ ਜਿਹੜੀਆਂ ਰਚਨਾਵਾਂ, ਮਹਾਨ ਰਚਨਾਵਾਂ ਨੂੰ ਜਨਮ ਦਿੱਤਾ। ਉਹਨਾਂ ਨੇ ਇਤਿਹਾਸ ਲੱਭ ਕੇ, ਜਿਵੇਂ ਉਸ ਸਮੇਂ ਫਾਰਸੀ ਜਿਹੜੇ ਵਿਦਵਾਨ ਸੀ, ਲੇਖਕ ਸੀ, ਉਹਨਾਂ ਨੇ ਲਿਖਿਆ, ਉਹਨਾਂ ਦਾ ਇਤਿਹਾਸ ਪੜ੍ਹਿਆ ਕਿ ਜਦੋਂ ਸਮਕਾਲ ਟਾਈਮ ਦੇ ਉੱਤੇ ਜਦੋਂ ਸਿੱਖ ਲੜਾਈਆਂ ਕਰ ਰਹੇ ਸੀ ਜਾਂ ਸਾਡੇ ਯੁੱਧ ਚੱਲ ਰਹੇ ਸੀ, ਉਸ ਸਮੇਂ ਆਪਾਂ ਵੀ ਆਪਣਾ ਇਤਿਹਾਸ ਲਿਖਿਆ ਤੇ ਉਹਨਾਂ ਨੇ ਸਾਡੇ ਬਾਰੇ ਕੀ ਲਿਖਿਆ। ਉਹ ਥੱਲੇ ਆਪਣੀ ਕਿਤਾਬ ਦੇ ਵਿੱਚ ਥੱਲੇ ਲਿਖਦੇ ਵੀ ਨੇ ਕਿ ਇਹ ਜਿਹੜਾ ਲਿਖਾਰੀਆ ਦਾ ਕੋਟ ਹੈ। ਹੁਣ ਜੇ ਆਪਾਂ ਬੋਲੀ ਦੇ, ਜਿਵੇਂ ਆਪਾਂ ਬੰਗਲਾ ਲੋਕਾਂ ਦੀ ਗੱਲ ਕਰ ਰਹੇ ਹਾਂ, ਤੇ ਆਪਾਂ ਹੁਣ ਉਧਰਲੇ ਪੰਜਾਬ ਦੀ ਗੱਲ ਕਰੀਏ, ਹੁਣ ਜੇ ਮੰਨ ਲਓ ਆਪਾਂ ਪਾਕਿਸਤਾਨ ਦੀ ਗੱਲ ਕਰੀਏ, ਤੇ ਉੱਥੇ ਜਿਹੜੇ ਨੇ ਡੋਮੀਨੇਸ਼ਨ ਸਾਰੀ ਦੀ ਸਾਰੀ ਜਿਹੜੀ ਹੈ ਪੋਲੀਟੀਕਲੀ ਕਿਹਨਾਂ ਦੀ ਹੈ? ਪੰਜਾਬੀਆਂ ਦੀ। ਆਰਮੀ ਦੇ ਵਿੱਚ ਕਿਹਨਾਂ ਡੋਮੀਨੇਸ਼ਨ ਹੈ? ਪੰਜਾਬੀਆਂ ਦੀ। ਕਿਉਂਕਿ ਜਿਹੜਾ ਸਾਡਾ ਅਸਲੀ ਪੰਜਾਬ ਹੀ, ਮਤਲਬ ਆ ਵੀ ਜਿਹੜਾ ਸਾਡਾ ਪੰਜਾਬ ਹੈ, ਵੇਖੋ ਜਿਹੜਾ ਬੰਦਾ ਆਪਣੀ ਹੋਂਦ ਨੂੰ ਸਮਝਦਾ ਹੈ, ਆਪਣੀ ਭਾਸ਼ਾ ਨੂੰ ਪਿਆਰ ਕਰੇਗਾ, ਆਪਣੇ ਕਲਚਰ ਨੂੰ ਪਿਆਰ ਕਰੇਗਾ, ਤੇ ਆਪਣੇ ਉਹ ਪਹਿਲਾਂ ਖੁਦ ਅਪਣਾਏਗਾ, ਫਿਰ ਲੋਕਾਂ ਨੂੰ ਦੱਸੇਗਾ ਕਿ ਮੇਰੀ ਇਹ ਹੋਂਦ ਹੈ, ਮੈਂ ਇਹ ਹਾਂ। ਹੁਣ ਉਧਰਲੇ ਪੰਜਾਬ ਦੀ ਜਦੋਂ ਆਪਾਂ ਬੋਲੀ ਸੁਣਦੇ ਹਾਂ, ਉਧਰਲੇ ਪੰਜਾਬ ਜਦੋਂ ਫਾਰਸੀ ਦੇ, ਉਰਦੂ ਦੇ ਜਦੋਂ ਇੰਨੇ ਚੰਗੇ ਸ਼ਬਦ ਬੋਲਦੇ ਨੇ, ਤੇ ਆਪਾਂ ਕਈ ਵਾਰੀ ਮਿਸ ਕਰਦੇ ਹਾਂ ਕਿ ਆਪਾਂ ਉਹੋ ਜਿਹੇ ਸ਼ਬਦਾਂ ਦੀ ਸਪੋਰਟ ਲੈਣ ਦੀ ਬਜਾਏ ਅੰਗਰੇਜ਼ੀ ਸ਼ਬਦਾਂ ਦੀ ਸਪੋਰਟ ਲੈਂਦੇ ਕਿ ਅੰਗਰੇਜ਼ੀ ਜਿਹੜੀ ਆ ਉਹਦੇ ਵਿੱਚ ਆ ਸ਼ਬਦ ਨੇ, ਕਿਉਂਕਿ ਸਾਡੀ ਭਾਸ਼ਾ ਦਾ ਸੁਮੇਲ ਬਣ ਗਿਆ ਇਹਦੇ ਵਿੱਚ। ਆਪਾਂ ਕਿਉਂਕਿ ਜਿਹੋ ਜਿਹੀ ਸਾਨੂੰ ਐਜੂਕੇਸ਼ਨ ਦਿੱਤੀ ਜਾਏਗੀ, ਉਹੋ ਜਿਹਾ ਸਾਡਾ ਫਿਰ ਰਚਨਾ ਹੁੰਦੀ ਜਾਂਦੀ ਹੈ, ਉਹੋ ਜਿਹੇ ਫਿਰ ਆਪਾਂ ਅੱਗੇ ਪਰੋਸਦੇ ਹਾਂ ਚੀਜ਼ਾਂ। ਜਿਵੇਂ ਇੱਕ ਭਾਸ਼ਾ ਆ, ਉਸ ਦੀਆਂ ਅੱਗੇ ਖੇਤਰੀ ਭਾਸ਼ਾਵਾਂ ਹੁੰਦੀਆਂ ਨੇ। ਭਾਸ਼ਾ ਨੂੰ ਬਚਾਉਣ ਤੋਂ ਪਹਿਲਾਂ ਖੇਤਰੀ ਭਾਸ਼ਾਵਾਂ ਨੂੰ ਬਚਾਉਣਾ ਮੈਨੂੰ ਲੱਗਦਾ ਕਿ ਬੜਾ ਜ਼ਿਆਦਾ ਜ਼ਰੂਰੀ ਹੈ। ਜਿਵੇਂ ਆਪਾਂ ਦੇਖਦੇ ਹਾਂ ਕਿ ਪੰਜਾਬ ਦਾ ਚੰਡੀਗੜ੍ਹ ਦਾ ਇਲਾਕਾ, ਚੰਡੀਗੜ੍ਹ ਮੋਹਾਲੀ ਦਾ ਇਲਾਕਾ, ਇਹ ਪੁਆਧ ਦਾ ਇਲਾਕਾ ਸੀ, ਪਰ ਇੱਥੇ ਉਸਦੀ ਖੇਤਰੀ ਭਾਸ਼ਾ ਮਰੀ। ਖੇਤਰੀ ਭਾਸ਼ਾ ਮਰਦੀ ਸਾਰੇ ਉੱਥੇ ਪੰਜਾਬੀ ਬੋਲੀ ਵੀ ਮਰ ਗਈ। ਹੁਣ ਉੱਥੇ ਜ਼ਿਆਦਾਤਰ ਲੋਕ ਹਿੰਦੀ ਦੇ ਵਿੱਚ ਗੱਲ ਕਰਨੀ ਪਸੰਦ ਕਰਦੇ ਨੇ, ਅੰਗਰੇਜ਼ੀ ਦੇ ਵਿੱਚ ਗੱਲ ਕਰਨੀ ਪਸੰਦ ਕਰਦੇ ਨੇ। ਈਵਨ ਕਿ ਜਿਹੜੇ ਪੰਜਾਬੀ ਵੀ ਉੱਥੇ ਰਹਿੰਦੇ ਨੇ, ਉਹ ਵੀ ਜ਼ਿਆਦਾਤਰ ਬਾਹਰਲੇ ਲੋਕਾਂ ਦੇ ਨਾਲ, ਜਾਂ ਜਿਹੜੇ ਪ੍ਰਵਾਸੀ ਉੱਥੇ ਆ ਕੇ ਰਹਿੰਦੇ ਨੇ, ਵਸ ਗਏ ਨੇ, ਉਹਨਾਂ ਦੇ ਨਾਲ ਉਹ ਹਿੰਦੀ ਅੰਗਰੇਜ਼ੀ ਦੇ ਵਿੱਚ ਗੱਲ ਜ਼ਿਆਦਾ ਕਰਦੇ ਨੇ। ਪੰਜਾਬੀ ਬੋਲੀ ਉੱਥੇ ਲਗਭਗ ਖਤਮ ਹੋਣ ਦੀ ਕਗਾਰ 'ਤੇ ਆ, ਜਾਂ ਖਤਮ ਹੋ ਗਈ ਮੰਨ ਲਿਆ ਜਾਵੇ।
ਤਾਂ ਇੱਕ ਭਾਸ਼ਾ ਨੂੰ ਬਚਾਉਣ ਦੇ ਲਈ ਉਸਦੀ ਖੇਤਰੀ ਭਾਸ਼ਾ ਨੂੰ ਬਚਾਉਣਾ ਕਿੰਨਾ ਕੁ ਜ਼ਰੂਰੀ ਹੈ, ਜਾਂ ਜਿਹੜੇ ਖੇਤਰੀ ਬੋਲੀ ਬੋਲਣ ਵਾਲੇ ਲੋਕ ਨੇ ਉਹ ਮਤਲਬ ਉਹਨਾਂ ਦੇ ਉੱਤੇ ਕੀ ਜ਼ਿੰਮੇਵਾਰੀ ਕਿਉਂ ਬਣਦੀ ਹੈ ਕਿ ਉਹ ਆਪਣੀ ਖੇਤਰੀ ਬੋਲੀ ਨੂੰ ਨਾ ਛੱਡਣ? ਇਹਦਾ ਹੁਣ ਸਭ ਤੋਂ ਵੱਡੀ ਇੱਕ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਸਾਡੇ ਆਮ ਪੰਜਾਬ 'ਚ ਕਿਹਾ ਜਾਂਦਾ ਹੈ ਕਿ ਇੱਕ ਪਿੰਡ ਤੋਂ ਬਾਅਦ ਦੂਸਰੇ ਪਿੰਡ ਜਾ ਕੇ ਬੋਲੀ ਦਾ ਜਿਹੜਾ ਬਦਲ ਆ ਜਾਂਦਾ ਕਿ ਥੋੜ੍ਹੇ ਸ਼ਬਦਾਂ ਦੀ ਕਿਤੇ ਨਾ ਕਿਤੇ ਕੋਈ ਫਰਕ ਹੋਏਗਾ। ਇਹ ਕਿਹਾ ਜਾਂਦਾ ਕਿ 12 ਕੋਹ ਤੇ 12 ਕੋਹ ਤੇ ਬੋਲੀ ਦਾ ਜਿਹੜਾ ਉਹ ਬਦਲ ਜਾਂਦਾ। ਤੇ ਇਹ ਜਿਹੜੀ ਇੱਕ ਸਾਡਾ ਵਖਰੇਵੇਂ ਹੀ ਇਹਨਾਂ ਦਾ ਉਹ ਸਮਝਣੇ ਪੈਣੇ। ਹੁਣ ਜਿਹੜੇ ਮੰਨ ਲਓ ਮਤਲਬ ਜਿਵੇਂ ਸਾਡੇ ਇਕੱਲਾ ਪੁਆਧੀ ਨਹੀਂ, ਜਿਵੇਂ ਮਾਝਾ, ਮਾਲਵਾ, ਦੁਆਬਾ, ਪੁਆਧੀ ਏਰੀਆ, ਪੰਜਾਬ ਜਿਹੜਾ ਇਹ ਚੀਜ਼ਾਂ ਦੇ ਵਿੱਚ ਵੰਡਿਆ ਹੋਇਆ ਤੇ ਹਰ ਇੱਕ ਕਿਸੇ ਦਾ ਨਾ ਇੱਕ ਬੋਲਣ ਦਾ ਤਰੀਕਾ ਜਾਂ ਐਕਸਪ੍ਰੈਸ ਕਰਨ ਦਾ ਤਰੀਕਾ ਜਿਹੜਾ ਬੜਾ ਖੂਬਸੂਰਤ ਹੈ। ਹੁਣ ਮਾਝੇ ਵਾਲਿਆਂ ਦੀ ਬੋਲੀ ਅਲੱਗ ਤਰ੍ਹਾਂ ਦੀ ਹੈ, ਦੁਆਬੇ 'ਚ ਥੋੜ੍ਹਾ ਜਿਹਾ ਫਰਕ ਪੈ ਜਾਂਦਾ ਹੈ, ਮਾਲਵੇ 'ਚ ਕੁਝ ਸ਼ਬਦਾਂ ਨੂੰ ਬੋਲਣ ਦਾ ਐਕਸਪ੍ਰੈਸ ਕਰਨ ਦਾ ਤਰੀਕਾ ਅਲੱਗ ਹੈ। ਉਹ ਤੋਂ ਜਿਹੜਾ ਆਇਡੈਂਟੀਫਾਈ ਕਰ ਸਕਦੇ ਆ ਕਿ ਆਹ ਬੰਦਾ ਇਹ ਏਰੀਏ ਨੂੰ ਜਿਹੜਾ ਬਿਲੋਂਗ ਕਰਦਾ ਜੀ। ਹੁਣ ਜਿਵੇਂ ਚੰਡੀਗੜ੍ਹ ਹੈ, ਚੰਡੀਗੜ੍ਹ ਜਿਹੜਾ ਸ਼ਹਿਰ ਹੀ ਇਹ ਜਿਹੜਾ ਆ ਪੰਜਾਬ ਦੇ ਪਿੰਡ ਢਾਹ ਕੇ ਬਣਾਇਆ ਗਿਆ। ਇਹ ਇਕੱਲੇ ਪਿੰਡ ਹੀ ਨਹੀਂ ਢਾਏ ਗਏ, ਸਾਡੀ ਭਾਸ਼ਾ ਨੂੰ ਮਿਟਾਇਆ ਗਿਆ। ਇਹ ਜਦੋਂ ਵੇਖੋ ਬਾਹਰੋਂ ਕੋਈ ਆ ਰਿਹਾ ਹੈ, ਆਪਾਂ ਕੀ ਆ ਉਹਨੂੰ ਇੱਜ਼ਤ ਦੇਣ। ਹੁਣ ਸਵਾਮੀ ਵਿਵੇਕਾਨੰਦ ਦੀ ਇੱਕ ਸਟੋਰੀ ਹੈ, ਜਿਵੇਂ ਉਹ ਆਪਣੀ ਕਿਤਾਬ 'ਚ ਹੀ ਸਾਂਝੀ ਕਰਦੇ ਨੇ ਕਿ ਉਹ ਕਿਤੇ ਵਿਦੇਸ਼ ਗਏ ਤੇ ਹੁਣ ਸਵਾਮੀ ਵਿਵੇਕਾਨੰਦ ਤੋਂ ਕੋਈ ਪ੍ਰਭਾਵਿਤ ਹੋਏਗਾ ਅੰਗਰੇਜ਼, ਤੇ ਉਹਨਾਂ ਨੇ ਸੋਚਿਆ ਕਿ ਮੈਂ ਉਹਦੇ ਨਾਲ ਜਿਹੜੀ ਆ ਗੱਲ ਜਿਹੜੀ ਆ ਮੈਂ ਉਹਨਾਂ ਦੀ ਭਾਸ਼ਾ 'ਚ ਕਰੂੰਗਾ। ਅੰਗਰੇਜ਼ ਨੇ ਹਿੰਦੀ ਸਿੱਖੀ ਤੇ ਅੰਗਰੇਜ਼ ਜਦੋਂ ਉਹਨਾਂ ਨਾਲ ਹਿੰਦੀ 'ਚ ਵਾਰਤਾਲਾਪ ਕਰਨ ਲੱਗਾ ਤੇ ਅੱਗੋਂ ਸਵਾਮੀ ਵਿਵੇਕਾਨੰਦ ਨੇ ਅੰਗਰੇਜ਼ੀ ਜਵਾਬ ਦਿੱਤਾ ਤੇ ਉਹ ਅੰਗਰੇਜ਼ ਬੜਾ ਹੈਰਾਨ ਹੋਇਆ। ਉਹ ਕਹਿੰਦਾ ਕਿ ਮੈਂ ਤੁਹਾਨੂੰ ਮਿਲਣ ਵਾਸਤੇ ਤੁਹਾਡੀ ਭਾਸ਼ਾ ਸਿੱਖੀ, ਤੁਹਾਨੂੰ ਸਨਮਾਨ ਦੇਣ ਵਾਸਤੇ ਜਿਹੜੇ ਆ ਮਤਲਬ ਭਾਸ਼ਾ ਸਿੱਖੀ, ਤੇ ਤੁਸੀਂ ਮੇਰੇ ਨਾਲ ਅੰਗਰੇਜ਼ੀ 'ਚ ਕੋਈ ਗੱਲ ਕਰ ਰਹੇ ਹੋ। ਉਹ ਕਹਿੰਦੇ ਕਿ ਮੈਂ ਤੈਨੂੰ ਸਨਮਾਨ ਹੀ ਦੇ ਰਿਹਾ ਕਿ ਤੂੰ ਮੇਰੀ ਭਾਸ਼ਾ 'ਚ ਮੈਨੂੰ ਸਨਮਾਨ ਦੇ ਰਿਹਾ ਤੇ ਮੈਂ ਤੇਰੀ ਭਾਸ਼ਾ 'ਚ ਤੈਨੂੰ ਸਨਮਾਨ ਦੇ ਰਿਹਾ। ਇਹ ਕੀ ਹੈ, ਇੱਕ ਮੈਸੇਜ ਹੀ। ਹੁਣ ਮੰਨ ਲਓ ਸਾਡੇ ਇੱਧਰ ਕੋਈ ਬਾਹਰੋਂ ਆਉਂਦਾ ਹੈ ਤੇ ਆਪਾਂ ਕੀ ਆ, ਉਹ ਜੇ ਹਿੰਦੀ 'ਚ ਗੱਲ ਕਰਦਾ ਹੈ, ਆਪਾਂ ਜੇ ਅਗਲੇ ਨੂੰ ਭਾਵੇਂ ਸਮਝ ਵੀ ਆਉਂਦੀ ਹੋਏ, ਜਿਹੜੇ ਬੰਦੇ ਨੂੰ ਹਿੰਦੀ ਆਉਂਦੀ ਹੈ ਪੰਜਾਬੀ ਆਰਾਮ ਨਾਲ ਸਮਝ ਲੈਂਦਾ ਤੇ ਉਹ ਕੀ ਆਪਾਂ ਉਹਦੇ ਨਾਲ ਕੀ ਕਰਦੇ ਹਾਂ, ਆਪਾਂ ਉਹਦੇ ਨਾਲ ਹਿੰਦੀ 'ਚ ਗੱਲ ਕਰਨ ਲੱਗ ਜਾਂਦੇ, ਆਪਾਂ ਉਹਨੂੰ ਆਪਣਾ ਸਨਮਾਨ ਭੁੱਲ ਜਾਣੇ ਆ, ਆਪਣੀ ਭਾਸ਼ਾ ਦਾ ਸਨਮਾਨ ਵੀ ਭੁੱਲ ਜਾਣੇ, ਸਾਰਾ ਸਨਮਾਨ ਹੀ ਆਪਾਂ ਜਿਹੜਾ ਉਹਨੂੰ ਦੇ ਦਿੰਦੇ ਹਾਂ। ਜਦੋਂ ਇਹ ਚੀਜ਼ ਹੁੰਦੀ ਆ ਫਿਰ ਅਗਲਾ ਕਿਉਂ ਸਿੱਖੇਗਾ ਸਾਡੀ ਭਾਸ਼ਾ? ਸਾਡੇ ਪੰਜਾਬ ਦੇ ਵਿੱਚ ਹੁਣ ਸਰਕਾਰ ਨੇ ਜਿਹੜਾ ਹੈ ਕੋ ਕੀਤਾ ਹੋਇਆ ਕਿ ਇੱਕ ਟੈਸਟ ਜਿਹੜਾ ਹੈ, ਕੋਈ ਮੰਨ ਲਓ ਨਾਨ ਪੰਜਾਬੀ ਬੰਦਾ ਪੰਜਾਬ 'ਚ ਕੰਮ ਕਰਦਾ ਹੈ ਤੇ ਉਹਨੂੰ ਪੰਜਾਬੀ ਸਿੱਖਣੀ ਜਾਂ ਪੰਜਾਬੀ ਭਾਸ਼ਾ ਦਾ ਟੈਸਟ ਜਿਹੜਾ ਉਹ ਦੇਣਾ ਜ਼ਰੂਰੀ ਹੈ। ਪਰ ਇਹ ਕੀ ਹੈ, ਸਿਰਫ ਇੱਕ ਫਾਰਮੈਲਿਟੀ ਤੱਕ ਸੀਮਤ ਹੈ। ਉਹ ਕੀ ਕਰਦੇ ਨੇ, ਮੰਨ ਲਓ ਨਾਨ ਪੰਜਾਬੀ ਬੰਦਾ ਪੰਜਾਬ 'ਚ ਕੰਮ ਕਰ ਰਿਹਾ, ਉਹ ਜਿਹੜਾ ਆ ਸਿਰਫ ਟੈਸਟ ਕਰੈਕ ਕਰ ਲੈਂਦਾ, ਉਸ ਤੋਂ ਬਾਅਦ ਉਹ ਆਪਣੀ ਭਾਸ਼ਾ ਹੀ ਬੋਲਦਾ ਜੋ ਉਹਦੀ ਹਿੰਦੀ ਆ ਜਾਂ ਜਿਸ ਤਰ੍ਹਾਂ ਵੀ। ਵੇਖੋ ਆਪਣੇ ਘਰ 'ਚੋਂ ਆਪਣੀ ਭਾਸ਼ਾ ਬੋਲੇ, ਜਦੋਂ ਤੁਸੀਂ ਕਿ ਮੈਜੋਰਟੀ ਸਟੇਟ 'ਚੋਂ ਕਿ ਮੰਨ ਲਓ ਪੰਜਾਬੀ ਬੰਦਾ ਜਾ ਕੇ ਮਹਾਰਾਸ਼ਟਰ ਕੰਮ ਕਰੇ ਤੇ ਉਧਰ ਉਹਨੂੰ ਮਰਾਠੀ ਤੇ ਉਹਨੂੰ ਸਾਰੀ ਘਰ 'ਚ ਭਾਵੇਂ ਉਹ ਪੰਜਾਬੀ ਬੋਲੇ, ਪਰ ਜਿਹੜੀ ਉਹਨਾਂ ਦੀ ਸੰਸਥਾ ਵਿੱਚ ਕੰਮ ਕਰੇਗਾ ਹਿੰਦੀ ਜਾਂ ਮਰਾਠੀ ਉਹਨੂੰ ਕੰਪਲਸਰੀ ਹੋਏਗੀ ਬੋਲਣੀ। ਤੇ ਇਹ ਚੀਜ਼ ਆਪਾਂ ਪੰਜਾਬ 'ਚ ਅਪਣਾਉਂਦੇ ਨਹੀਂ। ਆਪਾਂ ਮੰਨ ਲਓ ਬੰਗਲਾਦੇਸ਼ ਦੀ ਗੱਲ ਕਰ ਰਹੇ ਹਾਂ, ਮਹਾਰਾਸ਼ਟਰ ਵਿੱਚ ਵੀ ਮਰਾਠੀਆਂ ਨੇ ਬੜਾ ਸੰਘਰਸ਼ ਕੀਤਾ ਆਪਣੀ ਭਾਸ਼ਾ ਨੂੰ ਰੈਕੋਗਨਾਈਜ਼ ਕਰਨ ਵਾਸਤੇ। ਜਿਵੇਂ ਹੁਣ ਮੰਨ ਲਓ ਬਾਹਰੋਂ ਕੋਈ ਵਿਦੇਸ਼ੀ ਆਣ ਕੇ ਜਿਹੜੇ ਕੰਪਨੀਆਂ ਨੇ ਉਹ ਇੱਧਰ ਆਉਂਦੀਆਂ ਨੇ, ਉਹ ਆਪਣਾ ਹੀ ਪ੍ਰਚਾਰ ਕਰਦੀਆਂ ਨੇ। ਤੇ ਨਾਲੇ ਸਭ ਤੋਂ ਦੁੱਖ ਦੀ ਗੱਲ ਹੈ, ਜਿਹੜੇ ਇੱਧਰਲੇ ਪੰਜਾਬੀ ਨੇ ਉਹ ਪੰਜਾਬੀ ਹੁੰਦੇ ਹੋਏ ਕੱਲੀ ਇੰਗਲਿਸ਼ ਦਾ ਹੀ ਬੋਰਡ ਲਾਉਣਗੇ ਕਿ ਮਤਲਬ ਇਹ ਚੀਜ਼ ਉਹਨਾਂ ਦੀ ਸੋਚ ਸ਼ੋਅ ਕਰਦੀ ਹੈ ਕਿ ਆਪਣੀ ਭਾਸ਼ਾ ਨਾਲ ਕਿੰਨਾ ਕੁ ਪਿਆਰ ਕਰਦੇ ਨੇ। ਹੁਣ ਮੰਨ ਲਓ ਜੇ ਕੋਈ ਭਾਸ਼ਾ ਪ੍ਰੇਮੀ ਜੇ ਮੰਨ ਲਓ ਗੁੱਸੇ ਵਿੱਚ ਆਣ ਕੇ ਕਿਤੇ ਕਾਲਾ ਪੇਂਟ ਫੇਰ ਦਿੰਦਾ ਹੈ ਜਾਂ ਉਹਨੂੰ ਉਤਾਰਨ ਦੀ ਗੱਲ ਕਰਦਾ ਹੈ ਤੇ ਉਹਦੇ ਨਾਲ ਲੜਦੇ ਨੇ। ਉਹ ਸਿਰਫ ਇੰਨੀ ਗੱਲ ਕਹਿ ਰਹੇ ਹੁੰਦੇ ਨੇ। ਉਹਨਾਂ ਦਾ ਜਿਵੇਂ ਪੰਡਿਤ ਰਾਓ ਧਨੇਰ ਕਰਿਆ, ਉਹਨੇ ਵੀ ਗੱਲ ਕਹੀ ਕਿ ਆਪਾਂ ਕਿਸੇ ਭਾਸ਼ਾ ਦੇ ਖਿਲਾਫ ਨਹੀਂ ਆ, ਤੁਸੀਂ ਸ਼ੋਅ ਕਰੋ ਕਿ ਪਹਿਲਾਂ ਸਭ ਤੋਂ ਉੱਪਰ ਕੀ ਆਏ, ਪੰਜਾਬੀ, ਕਿ ਜੇ ਪੰਜਾਬ 'ਚ ਪਹਿਲਾਂ ਪੰਜਾਬੀ ਆਏ, ਫਿਰ ਜਿਹੜੀ ਜੋ ਵੀ ਭਾਸ਼ਾਵਾਂ ਤੁਸੀਂ ਲਿਖਣੀ ਆ ਉਹ ਲਿਖੋ। ਕੋਈ ਕਿਸੇ ਤੋਂ ਮਤਲਬ ਉਹ ਨਹੀਂ ਕਰ ਰਹੇ, ਸਿਰਫ ਜਿਹੜੀ ਤੁਹਾਡੀ ਮੇਨ ਭਾਸ਼ਾ ਹੈ ਉਹਨੂੰ ਪਹਿਲਾਂ ਸਤਿਕਾਰ ਦਿਓ। ਤੇ ਨਾਲ ਇਹ ਵੀ ਗੱਲ ਬੜੀ ਦੁੱਖ ਭਰੀ ਹੈ ਕਿ ਮਤਲਬ ਸਾਨੂੰ ਇੱਕ ਦਿਹਾੜਾ ਮਨਾ ਕੇ ਦੱਸਣਾ ਪੈ ਰਿਹਾ ਹੈ ਕਿ ਸਾਡੀ ਭਾਸ਼ਾ ਹੈ, ਆਪਾਂ ਇੱਕ ਦਿਨ ਮਨਾ ਲਾਂਗੇ, ਬਾਕੀ ਦਿਨ ਕੀ ਹੋਏਗਾ। ਹੁਣ ਸਿੱਖਿਆ ਸੰਸਥਾਵਾਂ ਨੇ, ਇਹਨਾਂ ਦਾ ਵੀ ਬੜਾ ਵੱਡਾ ਫਰਜ਼ ਬਣਦਾ ਹੈ ਕਿ ਇਹ ਜਿਹੜੇ ਮੰਨ ਲਓ ਹੁਣ ਸਿੱਖਿਆ ਸੰਸਥਾਵਾਂ 'ਚ ਬਾਹਰੋਂ ਵੀ ਬੱਚੇ ਆਉਂਦੇ ਨੇ ਪੜ੍ਹਨ, ਦੂਸਰੀਆਂ ਸਟੇਟਾਂ 'ਚੋਂ ਵੀ ਆਉਂਦੇ ਨੇ, ਆਪਾਂ ਉਹਨਾਂ ਨੂੰ ਇੱਕ ਉਹਨਾਂ ਦਾ ਵੀ ਕਲਚਰ ਵੇਖੀਏ ਕਿ ਉਹਨਾਂ ਦਾ ਕਲਚਰ ਕੀ ਹੈ ਤੇ ਆਪਣਾ ਕਲਚਰ ਵੀ ਦਈਏ ਉਹਨਾਂ ਨੂੰ। ਜੇ ਕੋਈ ਪੰਜਾਬ ਤੋਂ ਬੱਚਾ ਪੜ੍ਹ ਕੇ ਜਾ ਰਿਹਾ ਤੇ ਉਹ ਬਾਹਰ ਜਾ ਕੇ ਦੱਸੇ ਕਿ ਮੈਂ ਮਤਲਬ ਆਹ ਪੰਜਾਬ 'ਚ ਪੜ੍ਹ ਕੇ ਆਇਆ ਤੇ ਉਹਨਾਂ ਦੀ ਭਾਸ਼ਾ ਬੜੀ ਖੂਬਸੂਰਤ ਹੈ। ਉਹਨਾਂ ਨੂੰ ਆਪਾਂ ਆਪਣਾ ਜਿਹੜਾ ਕਲਚਰ ਦੱਸੀਏ ਗਿਆ ਕਲਚਰ ਹੈ। ਹੁਣ ਜਿਵੇਂ ਮੈਂ ਉਹਦੀ ਕੁੜੀ ਦੀ ਗੀਤਾ ਕਸ਼ਪ ਦੀ ਗੱਲ ਕੀਤੀ ਤੇ ਉਹਨੇ ਐਕਚੁਅਲੀ ਪੰਜਾਬੀਆਂ ਨੂੰ ਚੋਟ ਮਾਰੀ ਹੈ। ਉਹਨੇ ਇਹ ਚੋਟ ਮਾਰੀ ਹੈ ਕਿ ਤੁਸੀਂ ਆਪਣੀ ਭਾਸ਼ਾ ਦੀ ਰਿਸਪੈਕਟ ਹੀ ਨਹੀਂ ਕਰ ਰਹੇ, ਕਿ ਤੁਸੀਂ ਮਤਲਬ ਉਹਦੀ ਉਹੀ ਗੱਲ ਕਿ ਮੈਂ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰ ਰਹੀ ਹਾਂ ਤੇ ਤੁਸੀਂ ਮੈਨੂੰ ਹਿੰਦੀ 'ਚ ਜਵਾਬ ਦੇ ਰਹੇ, ਕਿ ਮਤਲਬ ਇਹ ਵੀ ਇੱਕ ਤਰਾਸਦੀ ਹੈ ਕਿ ਆਪਾਂ ਮਤਲਬ ਕਦੀ ਮੈਂ ਤੇ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਆਪਾਂ ਐਕਚੁਅਲੀ ਜੋ ਸਾਡਾ ਨਾ ਪੰਜਾਬੀਆਂ ਦੀ ਜਿਹੜੀ ਮੇਨ ਚੀਜ਼ ਹੈ, ਪਹਿਲਾਂ ਆਪਾਂ ਆਪਣੀ ਭਾਸ਼ਾ ਵਾਲਾ ਸਾਹਿਤ ਪੜ੍ਹੀਏ। ਸਾਡੇ ਕੋਲ ਬੜੇ ਵਧੀਆ ਲਿਖਾਰੀ ਪਏ ਨੇ। ਆਪਾਂ ਜੇ ਕਹੀਏ ਨਾ ਕਿ ਪੰਜਾਬੀ 'ਚ ਸਾਡੇ ਕੋਲ ਪੜ੍ਹਨ ਨੂੰ ਨਹੀਂ ਹੈਗਾ, ਕੰਟੈਂਟ ਨਹੀਂ ਹੈਗਾ, ਸਮੱਗਰੀ ਨਹੀਂ ਹੈਗੀ,
ਸਮੱਗਰੀ ਬਹੁਤ ਆ। ਸੋਹਣ ਸਿੰਘ ਸੀਤਲ ਨੂੰ ਪੜ੍ਹ ਸਕਦੇ ਆ, ਭਾਈ ਗੰਡਾ ਸਿੰਘ ਨੂੰ ਪੜ੍ਹ ਸਕਦੇ ਆ, ਕਾਨ ਸਿੰਘ ਨਾਭਾ ਨੂੰ ਪੜ੍ਹ ਸਕਦੇ ਆ। ਸਾਡੇ ਕੋਲ ਹੋਰ ਜਿਹੜੇ ਨੇ ਕਹਾਣੀਕਾਰ ਬੜੇ ਵੱਡੇ ਨੇ, ਜਸਵੰਤ ਸਿੰਘ ਕੰਵਲ ਨੇ, ਰਾਮ ਸਰੂਪ। ਸਾਡੇ ਕੋਲ ਬਹੁਤ ਜ਼ਿਆਦਾ ਸਾਹਿਤ ਆ। ਕਈਆਂ ਨੇ ਬਾਹਰਲਾ ਅਨੁਵਾਦ। ਸਾਡੇ ਕੋਲ ਜੇ ਪੰਜਾਬੀ ਦੀ ਗੱਲ ਕਰੀਏ, ਬੜੇ ਵੱਡੇ ਕਵੀ ਸੁਰਜੀਤ ਪਾਤਰ, ਜਿਨ੍ਹਾਂ ਨੇ ਕਿਹਾ ਕਿ ਮੇਰੀ ਭਾਸ਼ਾ ਮਰ ਰਹੀ ਆ, ਕਿ ਅੱਖਰ ਅੱਖਰ ਸ਼ਬਦ ਸ਼ਬਦ। ਪਰ ਮੈਨੂੰ ਇਹ ਲੱਗਦਾ ਕਿ ਇਕੱਲਾ ਬੰਦ ਕਮਰਿਆਂ ਦੇ ਅੰਦਰ ਡਿਸਕਸ਼ਨ ਜਾਂ ਸੈਮੀਨਾਰ ਹਾਲਾਂ ਦੇ ਅੰਦਰ ਡਿਸਕਸ਼ਨਾਂ ਨਹੀਂ ਚਾਹੀਦੀਆਂ, ਨੂੰ ਪ੍ਰੈਕਟੀਕਲੀ ਆਪਾਂ ਮਤਲਬ ਅਪਣਾਈਏ। ਤੇ ਪ੍ਰੈਕਟੀਕਲੀ ਜਦੋਂ ਅਪਣਾਵਾਂਗੇ, ਆਟੋਮੈਟਿਕਲੀ ਸਾਡੀ ਭਾਸ਼ਾ ਜਿਹੜੀ ਅਮੀਰ ਹੋਏਗੀ, ਹੋਰ ਅਮੀਰ ਹੋਏਗੀ। ਜਿਵੇਂ ਜਿਹੜੇ ਸਾਹਿਤਕਾਰ ਨੇ, ਉਹਨਾਂ ਦੀ ਵੀ ਜ਼ਿੰਮੇਵਾਰੀਆਂ ਨੇ, ਉਸ ਦੇ ਨਾਲ ਨਾਲ ਇੱਕ ਸਟੇਟ ਨੂੰ ਚਲਾਉਣ ਵਾਲੇ, ਦੇਸ਼ ਨੂੰ ਚਲਾਉਣ ਵਾਲੇ ਜਿਹੜੇ ਲੀਡਰ ਨੇ, ਉਹਨਾਂ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਵਧੇਰੇ ਹੋ ਜਾਂਦੀ ਹੈ। ਪੰਜਾਬ ਸਰਕਾਰ ਨੇ ਇੱਕ ਚੰਗਾ ਫੈਸਲਾ ਧੱਲਿਆ ਕਿ ਅੱਜ ਤੋਂ ਬਾਅਦ ਜਿਹੜੇ ਸਾਈਨ ਬੋਰਡ ਨੇ, ਜਿਹੜੇ ਉਹ ਸਾਈਨ ਬੋਰਡ ਪੰਜਾਬੀ ਦੇ ਵਿੱਚ ਹੋਣੇ ਚਾਹੀਦੇ ਨੇ। ਜੇਕਰ ਪੰਜਾਬੀ ਦੇ ਵਿੱਚ ਨਹੀਂ ਹੁੰਦੇ ਤਾਂ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਊਗੀ, ਜੁਰਮਾਨਾ ਵੀ ਲੱਗ ਸਕਦਾ। ਪਰ ਜਿਹੜੇ ਲੀਡਰ ਨੇ, ਉਹ ਅਸੀਂ ਉਹਨਾਂ ਨੂੰ ਵੀ ਦੇਖਦੇ ਹਾਂ ਕਿ ਕਈ ਵਾਰ ਉਹ ਸੰਸਦ ਦੇ ਵਿੱਚ ਜਾਂਦੇ ਨੇ, ਉੱਥੇ ਸਹੁੰ ਅੰਗਰੇਜ਼ੀ ਦੇ ਵਿੱਚ ਚੱਕ ਲੈਂਦੇ ਨੇ, ਜਾਂ ਉਹਨਾਂ ਦੇ ਦੁਆਰਾ ਜਿਹੜੀ ਚਿੱਠੀ ਲੋਕਾਂ ਦੇ ਨਾਂ 'ਤੇ ਕੱਢੀ ਜਾਂਦੀ ਹੈ, ਕੋਈ ਰੂਲ ਨਵਾਂ ਪਾਸ ਕੀਤਾ ਜਾਂਦਾ, ਉਹ ਅੰਗਰੇਜ਼ੀ ਦੇ ਵਿੱਚ ਹੁੰਦਾ। ਪੜ੍ਹੇ ਲਿਖੇ ਸਮਝ ਲੈਣਗੇ, ਪਰ ਜਿਨ੍ਹਾਂ ਦੀ ਤੁਸੀਂ ਰਿਪਰੈਜ਼ੈਂਟੇਸ਼ਨ ਕਰ ਰਹੇ ਹੋ, ਜਿਨ੍ਹਾਂ ਵਾਸਤੇ ਤੁਸੀਂ ਬੈਠੇ ਹੋ ਕੁਰਸੀਆਂ ਦੇ ਉੱਤੇ, ਉਹ ਲੋਕ ਤਾਂ ਪੰਜਾਬੀ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਸਿਰਫ ਪੰਜਾਬੀ ਹੀ ਜਾਣਦੇ ਨੇ। ਤਾਂ ਲੀਡਰਾਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੱਡੇ ਪੱਧਰ 'ਤੇ ਕਿ ਉਹ ਖੁਦ ਵੀ ਪੰਜਾਬੀ ਨੂੰ ਬੋਲਣ, ਪੰਜਾਬੀ ਨੂੰ ਪ੍ਰਮੋਟ ਕਰਨ। ਤੁਹਾਨੂੰ ਕੀ ਲੱਗਦਾ ਇਸ ਮਾਮਲੇ 'ਤੇ? ਇਹਦੇ ਵਿੱਚ ਇਹ ਲੱਗਦਾ ਹੈ ਕਿ ਜਦੋਂ ਸਾਡੇ ਪੰਜਾਬੀ ਦੀ ਤਰਾਸਦੀ ਇਹ ਆ ਕਿ ਜਦੋਂ ਆਪਾਂ ਕੁਛ ਨਹੀਂ ਹੁੰਦੇ, ਉਦੋਂ ਆਪਣੀ ਭਾਸ਼ਾ ਪ੍ਰੇਮ ਆਪਾਂ ਪੂਰਾ ਦਿਖਾਉਂਦੇ ਹਾਂ। ਜਦੋਂ ਸਾਡੀ ਇੱਕ ਮਾਸ ਅਪੀਲ ਬਣ ਜਾਂਦੀ ਹੈ, ਮੰਨ ਲਓ ਕੋਈ ਕੱਲ੍ਹ ਨੂੰ ਵੱਡਾ ਲੀਡਰ ਬਣ ਜਾਂਦਾ ਹੈ, ਕੋਈ ਅੰਤਰਰਾਸ਼ਟਰੀ ਪੱਧਰ 'ਤੇ, ਰਾਸ਼ਟਰੀ ਪੱਧਰ 'ਤੇ ਵੱਡਾ ਬਣ ਜਾਂਦਾ ਹੈ, ਉਹ ਇਹ ਭੁੱਲ ਜਾਂਦਾ ਹੈ ਕਿ ਉਹ ਕਿਹਨੂੰ ਬਿਲੋਂਗ ਕਰਦਾ ਹੈ। ਉਹਦੀ ਸ਼ੁਰੂਆਤ ਜਿਹੜੀ ਹੈ, ਜੇ ਮੰਨ ਲਓ ਕੋਈ ਹੁਣ ਪਾਰਲੀਮੈਂਟ 'ਚ ਕਸਮ ਖਾਣਗੇ, ਉਹ ਇੰਗਲਿਸ਼ ਬੋਲੀ ਜਾਣਗੇ, ਹਿੰਦੀ ਬੋਲੀ ਜਾਣਗੇ। ਉਹ ਪਾਰਲੀਮੈਂਟ ਸਾਰੇ ਦੇਸ਼ 'ਚੋਂ ਚੁਣ ਕੇ ਆਉਂਦੇ ਨੇ ਬੰਦੇ। ਜਿਹੜਾ ਬੰਦਾ ਜਿਹੜੀ ਸਟੇਟ ਨੂੰ ਕਰਦਾ ਹੈ, ਉਹਨੂੰ ਦਿਖਾਉਣਾ ਪਏਗਾ ਕਿ ਮੈਂ ਕਿੰਨਾ ਲੋਕਾਂ 'ਚੋਂ ਆਇਆ। ਹੁਣ ਜਿਨ੍ਹਾਂ ਲੋਕਾਂ ਨੇ ਉਹਨੂੰ ਚੁਣ ਕੇ ਭੇਜਿਆ, ਉੱਥੇ ਜਾ ਕੇ ਮੰਨ ਲਓ ਇੰਗਲਿਸ਼ ਕਸਮ ਖਾ ਰਿਹਾ, ਉਹ ਗਲਤ ਗੱਲ ਹੈ। ਚਾਹੇ ਸਾਡੇ ਲੀਡਰ ਨੇ, ਹੁਣ ਮੰਨ ਲਓ ਸਿੱਖ ਲੀਡਰ ਨੇ, ਉਹ ਇਹ ਭੁੱਲ ਜਾਂਦੇ ਨੇ ਕਿ ਮਤਲਬ ਉੱਥੇ ਗਏ ਨੇ, ਕਿੰਨਾ ਲੋਕਾਂ ਨੇ ਚੁਣ ਕੇ ਭੇਜਿਆ। ਉੱਧਰ ਆਪਾਂ ਇੰਗਲਿਸ਼ ਜਿਹੜੀ ਜਾ ਕੇ ਬੋਲ ਕੇ ਜਦੋਂ ਕਸਮਾਂ ਖਾਂਦੇ ਆ, ਤੇ ਉਹ ਚੀਜ਼ ਜਿਹੜੀ ਆ, ਸੰਵਿਧਾਨ ਨੇ ਵੇਖੋ ਸਾਰਿਆਂ ਨੂੰ ਫਰੀਡਮ ਦਿੱਤੀ ਹੈ। ਸੰਵਿਧਾਨ ਨੇ ਕਿਤੇ ਨਹੀਂ ਲਿਖਿਆ ਹੋਇਆ ਕਿ ਤੁਸੀਂ ਜਦੋਂ ਉੱਥੇ ਕਸਮ ਖਾਣੀ ਹੈ ਤੇ ਤੁਸੀਂ ਸਿਰਫ ਇੰਗਲਿਸ਼ 'ਚ ਖਾਣੀ ਆ ਜਾਂ ਹਿੰਦੀ 'ਚ ਖਾਣੀ ਹੈ। ਜਿਨ੍ਹਾਂ ਲੋਕਾਂ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ, ਤੁਸੀਂ ਜਿਹੜੀ ਭਾਸ਼ਾ ਬੋਲਦੇ ਉਹੀ ਰਿਪਰੈਜ਼ੈਂਟ ਕਰੋ। ਜਿਵੇਂ ਹੁਣ ਮੰਨ ਲਓ ਕੋਈ ਵੇਖੋ, ਤੁਸੀਂ ਲੋਕਾਂ 'ਚ ਮਿਸਾਲ ਕਦੋਂ ਬਣ ਸਕਦੇ ਹੋ? ਜਿਨ੍ਹਾਂ ਲੋਕਾਂ ਦੇ ਵਿੱਚੋਂ ਗਏ ਹੋ ਤੁਸੀਂ, ਮੰਨ ਲਓ ਹੁਣ ਕੋਈ ਸਿੱਖ ਕਿਰਦਾਰ ਵਾਲਾ ਬੰਦਾ ਹੈ, ਉਹ ਜੇ ਮੰਨ ਲਓ ਅੰਤਰਰਾਸ਼ਟਰੀ ਪੱਧਰ 'ਤੇ ਬੜਾ ਵੱਡਾ ਬਣਦਾ ਹੈ, ਤੇ ਉਹ ਦੱਸ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਕੌਣ ਨੇ, ਮੈਨੂੰ ਉਹਨਾਂ ਨੇ ਬਣਾਇਆ, ਕਿ ਮੇਰੇ ਗੁਰੂ ਉਹ ਨੇ। ਤੇ ਜਦੋਂ ਉਹ ਇਹੋ ਜਿਹੀ ਗੱਲ ਕਹਿੰਦਾ, ਉਹਦਾ ਪ੍ਰਭਾਵ ਬੜੇ ਵੱਡੇ ਲੈਵਲ 'ਤੇ ਪਏਗਾ। ਹੁਣ ਮੰਨ ਲਓ ਕੋਈ ਕਿਤੇ ਵੀ, ਚਾਹੇ ਵਿਦੇਸ਼ਾਂ ਵਿੱਚ ਨੇ, ਚਾਹੇ ਆਪਣੇ ਦੇਸ਼ 'ਚ ਨੇ, ਜਦੋਂ ਕੋਈ ਵੱਡੀ ਪੋਜੀਸ਼ਨ 'ਤੇ ਜਾਂਦਾ ਹੈ, ਉਹਦੀ ਆਇਡੈਂਟੀਟੀ ਜਿਹੜੀ, ਉਹ ਆਪਣੀ ਆਇਡੈਂਟੀਟੀ ਰਾਹੀਂ ਆਪਣੇ ਲੋਕਾਂ ਨੂੰ ਰਿਪਰੈਜ਼ੈਂਟ ਕਰ ਸਕਦਾ, ਆਪਣੀ ਭਾਸ਼ਾ ਨੂੰ ਰਿਪਰੈਜ਼ੈਂਟ ਕਰ ਸਕਦਾ। ਹੁਣ ਮੰਨ ਲਓ ਆਪਣੇ ਬਾਲੀਵੁੱਡ ਦੀ ਗੱਲ ਕਰੀਏ, ਤੇ ਬਾਲੀਵੁੱਡ ਦੇ ਵਿੱਚ ਬਹੁਤੇ ਜਿਹੜੇ ਬਾਲੀਵੁੱਡ ਨੂੰ ਖੜਾ ਕਰਨ ਵਾਲੇ ਸਾਰੇ ਪੰਜਾਬੀ ਪਰਿਵਾਰ ਨੇ। ਹੁਣ ਉਹਨਾਂ ਲੋਕਾਂ ਨੇ ਕੀ ਕੀਤਾ? ਉਹਨਾਂ ਨੇ ਸਾਨੂੰ ਜਿਹੜੀ ਆ, ਉਹ ਪੰਜਾਬ 'ਚੋਂ ਹੀ ਗਏ ਨੇ, ਚੰਗਾ ਭਲਾ ਜਾਣਦੇ ਨੇ ਕਿ ਸਰਦਾਰ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੁੰਦਾ ਹੈ, ਸਿੱਖ ਕਿਸ ਤਰ੍ਹਾਂ ਦਾ ਹੁੰਦਾ ਹੈ। ਉਹਨਾਂ ਨੇ ਸਾਡੀ ਪਛਾਣ ਨੂੰ ਮਸ਼ਕਰਾ ਬਣਾ ਕੇ ਰੱਖਤਾ। ਉੱਥੇ ਕੋਈ ਕਮੇਡੀ ਰੋਲ ਬਣਾ ਤੇ, ਜੇ ਸਿਰ ਤੇ ਪੱਗ ਵੀ ਸਜਾਉਂਦੇ ਨੇ ਤੇ ਇੱਕ ਕਮੇਡੀਅਨ ਵਿੱਚ ਦਿਖਾਉਂਦੇ ਨੇ। ਤੇ ਸਾਡਾ ਵੀ ਫਰਜ਼ ਬਣਦਾ, ਜਿਹੜੀਆਂ ਸਾਡੀਆਂ ਸੰਸਥਾਵਾਂ ਨੇ, ਪੰਜਾਬ ਦੀਆਂ ਸਿੱਖਿਆ ਆਪਣੀ ਜਿਹੜੀਆਂ ਸਿੱਖਾਂ ਦੀਆਂ ਸੰਸਥਾਵਾਂ ਨੇ, ਉਹ ਸਟੈਂਡ ਲੈਣੇ ਚੀਜ਼ ਤੇ, ਉਹਨਾਂ ਨੂੰ ਜਾ ਕੇ ਦੱਸਣ। ਹੁਣ ਮੰਨ ਲਓ ਹਾਲੀਵੁੱਡ ਨੇ ਫਿਲਮ ਬਣਾਈ ਦਾ ਇੰਗਲਿਸ਼ ਪੇਸ਼ੈਂਟ ਦੇ ਵਿੱਚ ਉਹਨਾਂ ਨੇ ਸਿੱਖ ਦਾ ਕਿਰਦਾਰ ਦਿਖਾਉਣਾ ਹੈ। ਉਹਨਾਂ ਨੇ ਪ੍ਰੋਪਰ ਰਿਸਰਚ ਕੀਤੀ, ਉਹਦੇ ਵਿੱਚ ਪ੍ਰੋਪਰ ਉਹਨਾਂ ਨੇ ਡਾਇਲੋਗ ਪਾਏ। ਉਹਨਾਂ ਨੂੰ ਪੁੱਛਦਾ ਹੈ ਕਿ ਮਤਲਬ ਸਿੱਖ ਕੌਣ ਹੁੰਦਾ ਹੈ, ਉਹ ਫਿਰ ਸਾਡੇ ਵਾਲਾਂ ਬਾਰੇ ਕਿ ਸਿੱਖ ਕੇਸ ਕਿਉਂ ਰੱਖਦੇ ਨੇ, ਸਾਰੀ ਪਹਿਚਾਣ ਅੰਗਰੇਜ਼ ਰਿਵੀਲ ਕਰ ਰਹੇ ਨੇ। ਤੇ ਉਹ ਚੀਜ਼ ਸਾਡੇ ਇੱਧਰ ਕਿਉਂ ਨਹੀਂ ਹੋ ਸਕਦੀ? ਸਾਡੇ ਵੀ ਇੱਧਰ, ਜੇ ਹੁਣ ਆਪਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ, ਹੁਣ ਵੇਖੋ ਕੋਈ ਟਾਈਮ ਹੁੰਦਾ ਸੀ ਕਿ ਚਲੋ ਭਾਵੇਂ ਉਦੋਂ ਇੱਕ ਕਮਰਸ਼ੀਅਲ ਐਂਗਲ ਹੀ ਪੰਜਾਬੀ ਫਿਲਮਾਂ ਰਿਲੀਜ਼ ਹੁੰਦੀਆਂ ਸੀ, ਤੇ ਬਾਲੀਵੁੱਡ ਵਾਲੇ ਆਪਣੇ ਡੇਟਸ ਚੇਂਜ ਕਰ ਲੈਂਦੇ ਕਿ ਪੰਜਾਬੀ ਸਿਨੇਮਾ ਦਾ ਇੰਨਾ ਪ੍ਰਭਾਵ ਹੀ ਇਕੱਲਾ ਪੰਜਾਬ ਹੀ ਨਹੀਂ ਦੇਖਦਾ, ਪੂਰੇ ਇੰਡੀਆ 'ਚ ਦੇਖੀਆਂ ਜਾਂਦੀਆਂ। ਪਰ ਅੱਜ ਜੇ ਮੰਨ ਲਓ ਆਪਾਂ ਪੰਜਾਬੀ ਜਨਰ ਦੀ ਗੱਲ ਕਰੀਏ, ਕਾਮੇਡੀ ਫਿਲਮਾਂ ਜ਼ਿਆਦਾ ਬਣ ਰਹੀਆਂ ਨੇ, ਤੇ ਜਿਹੜੇ ਗੰਭੀਰ ਮੁੱਦੇ ਨੇ ਉਹਦੇ 'ਤੇ ਘੱਟ ਬਣ ਰਹੀਆਂ ਨੇ। ਉਹਨਾਂ ਦਾ ਐਕਸਕਿਊਜ਼ ਹੁੰਦਾ ਹੈ ਜੀ, ਪੈਸਾ ਨਹੀਂ ਕਮਾਉਂਦੀਆਂ, ਕਿ ਇਹ ਫਿਲਮਾਂ ਜਿਹੜੀਆਂ ਨੇ ਪੈਸਾ ਨਹੀਂ। ਡਾਇਰੈਕਟਰ ਕਿੱਥੇ ਨੇ, ਪ੍ਰੋਡਿਊਸਰ ਕਿੱਥੇ ਨੇ, ਜਿਹੜੇ ਐਡੇ ਮਹਾਨ ਨਾਵਲ ਨੇ, ਐਡੇ ਮਹਾਨ ਸਾਡੇ ਕੋਲ ਕਹਾਣੀਆਂ ਹੈ, ਉਹਨਾਂ ਨੂੰ ਸਮਝਣ, ਉਹਨਾਂ 'ਤੇ ਰਿਸਰਚ ਕਰਨ, ਉਹਨਾਂ ਵਰਗੇ ਕਿਰਦਾਰ ਲੈ ਕੇ ਆਉਣ, ਆਟੋਮੈਟਿਕਲੀ ਸਪੇਸ ਸਾਨੂੰ ਮਿਲੇਗੀ। ਜਦੋਂ ਆਪਾਂ ਫਿਲਮਾਂ ਇੱਕ ਬੜਾ ਪ੍ਰਭਾਵਸ਼ਾਲੀ ਮਾਧਿਅਮ ਹੈ ਕਿ ਜਿਨ੍ਹਾਂ ਦੇ ਰਾਹੀਂ ਆਪਣੀ ਭਾਸ਼ਾ ਬਾਰੇ, ਕਿ ਜੇ ਮੰਨ ਲਓ ਆਪਾਂ ਚੰਗੀ ਚੀਜ਼ ਬਣਾਵਾਂਗੇ। ਹੁਣ ਮੰਨ ਲਓ ਈਰਾਨ ਦੇ ਨੇ ਅਸਕਰ ਫਰਾਦੀ ਹੋਣੀ, ਜਿਹੜੇ ਨੇ ਉਹ ਜਿਹੜੇ ਡਾਇਰੈਕਟਰ ਨੇ, ਉਹ ਆਪਣੀ ਭਾਸ਼ਾ ਸਾਰਾ ਕੁਛ ਬਣਾਉਂਦੇ ਨੇ। ਉਹ ਆਪਣੀ ਭਾਸ਼ਾ, ਫਿਰ ਅੰਗਰੇਜ਼ ਉਹਨਾਂ ਨੂੰ ਦੇਖਦੇ ਨੇ ਕਿ ਇਹਨਾਂ ਦੀ ਇਹ ਭਾਸ਼ਾ ਸਿੱਖੋ, ਕਿ ਇਹਨੇ ਕਿਸ ਤਰ੍ਹਾਂ ਫਿਲਮ ਬਣਾਈ।
ਕਿ ਇਹਦੇ ਵਿੱਚ ਜਿਹੜੇ ਕਿਰਦਾਰ ਨੇ ਇਹਨਾਂ ਦੀ ਭਾਸ਼ਾ 'ਚ ਏਡੀ ਖੂਬਸੂਰਤ ਜਿਹੜੀ ਚੀਜ਼ ਕਿਸ ਤਰ੍ਹਾਂ ਕ੍ਰੀਏਟ ਹੋ ਗਈ। ਤੇ ਪੰਜਾਬੀ ਵੀ ਕਿਸੇ ਦਿਨ ਨੂੰ ਮਤਲਬ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਆਪਣੀ ਭਾਸ਼ਾ ਰਾਹੀਂ ਕਿ ਕਿਤੇ ਆਪਾਂ ਵੀ ਆਸਕਰ ਅਵਾਰਡ ਜਿੱਤੀਏ, ਸਾਡੀਆਂ ਫਿਲਮਾਂ ਵੀ ਆਸਕਰ ਅਵਾਰਡ ਜਿੱਤਣ, ਕਿਤੇ ਕੋਈ ਪੰਜਾਬੀ ਜਿਹੜਾ ਉਹ ਨੋਬਲ ਪ੍ਰਾਈਜ਼ ਜਿੱਤੇ, ਕੋਈ ਪੰਜਾਬੀ ਆ ਉਹ ਇੱਕ ਵਰਲਡ ਲੈਵਲ 'ਤੇ ਜਿਹੜਾ ਆਪਣਾ ਜਿਹੜਾ ਝੰਡਾ ਉੱਚਾ ਕਰੇ, ਤੇ ਉਹ ਉੱਥੇ ਪਹੁੰਚ ਕੇ ਇਹ ਚੀਜ਼ ਨੂੰ ਰੈਕਗਨਾਈਜ਼ ਕਰੇ ਕਿ ਮੈਂ ਕਿੱਥੋਂ ਆਇਆ। ਉੱਥੇ ਜਾ ਕੇ ਇਹ ਨਾ ਭੁੱਲੇ ਕਿ ਆਇਡੈਂਟੀਟੀ ਇੱਕ ਉਹਦੀ ਹੋਏ ਪੰਜਾਬੀ ਵਾਲੀ, ਤੇ ਉਹ ਗੱਲਾਂ ਜਿਹੜੀਆਂ ਨੇ ਵਿਦੇਸ਼ੀਆਂ ਵਾਲੇ ਕਰੇ, ਫਿਰ ਉਹ ਗੱਲ ਗਲਤ ਬਣ ਜਾਂਦੀ। ਜੀ, ਤਾਂ ਉਮੀਦ ਦੇ ਉੱਤੇ ਦੁਨੀਆ ਕਾਇਮ ਹੈ। ਉਮੀਦ ਕਰਦੇ ਹਾਂ ਕਿ ਇੱਕ ਦਿਨ ਪੰਜਾਬੀ ਦੁਨੀਆ ਦੇ ਉੱਤੇ, ਹਾਲਾਂਕਿ ਪੰਜਾਬੀਆਂ ਨੇ ਬਹੁਤ ਵੱਡਾ ਨਾਮਣਾ ਖੱਟਿਆ, ਪਰ ਅਜੋਕੇ ਸਮੇਂ ਤੇ ਅਜੋਕੇ ਸਾਧਨਾਂ ਦੇ ਵਿੱਚ ਵੀ ਪੰਜਾਬੀ ਅਜਿਹੇ ਨਾਮਣੇ ਖੱਟਣਗੇ ਤੇ ਉੱਥੇ ਪਹੁੰਚ ਕੇ ਆਪਣੀ ਹੋਂਦ ਨੂੰ ਨਹੀਂ ਭੁੱਲਣਗੇ, ਆਪਣੀ ਬੋਲੀ ਨੂੰ ਨਹੀਂ ਭੁੱਲਣਗੇ, ਤੇ ਉੱਥੇ ਪਹੁੰਚ ਕੇ ਆਪਣੀ ਬੋਲੀ ਦਾ, ਆਪਣੇ ਸੱਭਿਆਚਾਰ ਦਾ ਜਿਹੜਾ ਪ੍ਰਗਟਾਵਾ ਹੈ ਉਹ ਜ਼ਰੂਰ ਕਰਨਗੇ। ਤਾਂ ਇਹ ਉਮੀਦ ਪੰਜਾਬੀਆਂ ਤੋਂ ਅਖੀਰ ਦੇ ਵਿੱਚ ਇੱਕ ਅਪੀਲ ਤੁਹਾਨੂੰ, ਸਾਨੂੰ ਸਭ ਨੂੰ ਮਿਲ ਕੇ, ਕਿ ਵੱਧ ਤੋਂ ਵੱਧ ਪੰਜਾਬੀ ਬੋਲੀਏ, ਆਪਣੇ ਬੋਲਚਾਲ ਦੇ ਵਿੱਚ ਵੱਧ ਤੋਂ ਵੱਧ ਪੰਜਾਬੀ ਸ਼ਬਦਾਂ ਨੂੰ ਜੋੜਨ ਦੀ ਕੋਸ਼ਿਸ਼ ਕਰੀਏ। ਤਾਂ ਤੁਸੀਂ ਬਣੇ ਰਹੋ PBC ਦੇ ਨਾਲ। ਮੈਨੂੰ ਅਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।